ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਕੁਝ ਦਿਨ ਤੋਂ ਬਾਬਾ ਫਰੀਦ ਜੀ ਦੇ ਪਾਵਨ ਸਲੋਕਾਂ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਅੱਜ ਅਸੀਂ ਬਾਬਾ ਫਰੀਦ ਜੀ ਦੇ 90 ਨੰਬਰ ਸਲੋਕ ਤੋਂ ਵਿਚਾਰ ਆਰੰਭ ਕਰ ਰਹੇ ਹਾਂ। ਇਹ ਪਾਵਨ ਸਲੋਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1382 ਤੇ ਅੰਕਿਤ। ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੂੰਡਹਿ ਕਾਗ, ਅਜੈ ਸੁਰਬ ਨਾ ਬਾਹੁੜਿਓ, ਦੇਖ ਬੰਦੇ ਕੇ ਭਾਗ। ਤਨ ਸੁੱਕਾ ਦਾ ਮਤਲਬ ਤਨ ਸੁੱਕ ਗਿਆ ਯਾਨੀ ਕਮਜ਼ੋਰ ਹੋ ਗਿਆ, ਪਿੰਜਰ ਹੋ ਗਿਆ ਹੈ, ਹੱਡੀਆਂ ਦੀ ਮੁੱਠ ਹੋ ਗਿਆ। ਖੂੰਡੇ ਦਾ ਮਤਲਬ ਠੂੰਗੇ ਮਾਰ ਰਹੇ ਨੇ, ਤੇ ਕਾਗ ਦਾ ਮਤਲਬ ਕਾਂ, ਯਾਨੀ ਇਹ ਦੁਨਿਆਵੀ ਪਦਾਰਥਾਂ ਦੇ ਚਸਕੇ, ਪਾਪ ਔਰ ਵਿਕਾਰ। ਇੱਥੇ ਕਈ ਵਾਰ ਆਪ ਜੀ ਨੇ ਦੇਖਿਆ ਹੋਵੇਗਾ ਬਾਬਾ ਫਰੀਦ ਜੀ ਦੀ ਇੱਕ ਤਸਵੀਰ ਬਣਾਈ ਹੋਈ ਹੈ, ਜੋ ਬੜੇ ਬਜ਼ੁਰਗ ਹੋ ਗਏ ਨੇ, ਤੇ ਉੱਤੇ ਇੱਕ ਸੁੱਕੇ ਜਿਹੇ ਰੁੱਖ ਦੇ ਉੱਤੇ ਕਾਂ ਬੈਠਾ ਹੋਇਆ ਹੈ ਜੋ ਉਹਨਾਂ ਵੱਲ ਵੇਖ ਰਿਹਾ ਹੈ। ਤੇ ਬਾਬਾ ਫਰੀਦ ਜੀ ਇੰਜ ਪ੍ਰਤੀਤ ਹੋ ਰਹੇ ਨੇ ਜਿਵੇਂ ਉਸ ਕਾਂ ਨੂੰ ਕਹਿ ਰਹੇ ਹੋਣ ਵੀ ਠੂੰਗੇ ਨਾ ਮਾਰ। ਤੇ ਐਵੇਂ ਦਰਸਾਇਆ ਕਿ ਇੰਨੇ ਬਜ਼ੁਰਗ ਹੋ ਗਏ, ਕਾਂ ਠੂੰਗੇ ਮਾਰਦੇ ਸਨ ਤੇ ਉਹਨਾਂ ਕਾਵਾਂ ਨੂੰ ਉਡਾਣ ਜੋਗੇ ਵੀ ਨਹੀਂ ਸਨ, ਤੇ ਉਹਨਾਂ ਕਾਵਾਂ ਨੂੰ ਕਹਿ ਰਹੇ ਸਨ ਕਿ ਤੁਸੀਂ ਠੂੰਗੇ ਨਾ ਮਾਰੋ। ਇਹੋ ਜੀ ਤਸਵੀਰ ਆਪ ਸਾਰਿਆਂ ਨੇ ਵੇਖੀ ਹੋਈ। ਗੱਲ ਉਹਨਾਂ ਕਾਵਾਂ ਦੀ ਨਹੀਂ ਹੈ, ਗੱਲ ਕਾਂ ਜਿਹੜੇ ਨੇ ਨਾ ਵਿਕਾਰ ਨੇ, ਕਾਮ ਕ੍ਰੋਧ ਵਗੈਰਾ, ਤੇ ਜਿਹੜੇ ਦੁਨਿਆਵੀ ਚਸਕੇ ਨੇ, ਜਿਹੜੇ ਸਾਡੀ ਜ਼ਬਾਨ ਦੇ ਚਸਕੇ ਨੇ, ਕੰਨਾਂ ਨਾਲ ਨਿੰਦਿਆ ਸੁਣਨ ਦਾ ਚਸਕਾ ਹੈ, ਹੱਥਾਂ ਨਾਲ ਮਾੜੇ ਕਰਮ ਕਰਨ ਦੇ ਚਸਕੇ ਨੇ, ਇਹ ਚਸਕੇ, ਇਹ ਕਾਂ ਨੇ, ਪਾਪ ਵਿਕਾਰ। ਤਨ ਸੁੱਕਾ, ਤਨ ਸੁੱਕ ਗਿਆ, ਪਿੰਜਰ ਥੀਆ, ਪਿੰਜਰਾ ਬਣ ਗਿਆ ਹੈ। ਜਿਵੇਂ ਅਸੀਂ ਕਹਿੰਦੇ ਆ ਕਿ ਫਲਾਂ ਬੰਦਾ ਤੇ ਪਿੰਜਰ ਹੀ ਬਣ ਗਿਆ। ਤੇ ਪਿੰਜਰ ਤੁਸੀਂ ਦੇਖੇ ਹੋਣਗੇ, ਸਰੀਰ ਦੇ ਉੱਤੇ ਜਦੋਂ ਕੋਈ ਬੰਦਾ ਜਾਂ ਜਾਨਵਰ ਮਰ ਜਾਏ, ਉਹਦੀ ਖਲ ਮਾਸ ਸਭ ਕੁਝ ਖਤਮ ਹੋ ਜਾਏ ਤੇ ਪਿੱਛੇ ਉਹਦਾ ਪਿੰਜਰਾ ਬਚ ਜਾਂਦਾ ਹੈ, ਉਹਨੂੰ ਕਹਿੰਦੇ ਨੇ ਪਿੰਜਰ। ਹੱਡੀਆਂ ਦੀ ਮੁੱਠ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਕਮਜ਼ੋਰ। ਬਾਬਾ ਫਰੀਦ ਜੀ ਕਹਿੰਦੇ ਨੇ ਕਿ ਵਿਸ਼ੇ ਵਿਕਾਰਾਂ ਵਿੱਚ ਪੈ ਕੇ ਸਰੀਰ ਡਾਢਾ ਮਾੜਾ ਹੋ ਗਿਆ, ਹੱਡੀਆਂ ਦੀ ਮੁੱਠ ਰਹਿ ਗਿਆ, ਤੇ ਫਿਰ ਵੀ ਕਾਂ ਇਹਦੀਆਂ ਤਲੀਆਂ ਵਿੱਚ ਠੂੰਗੇ ਮਾਰੀ ਜਾ ਰਹੇ ਨੇ। ਯਾਨੀ ਜਿਹੜੇ ਦੁਨਿਆਵੀ ਪਦਾਰਥਾਂ ਦੇ ਚਸਕੇ ਔਰ ਵਿਸ਼ੇ ਵਿਕਾਰ ਨੇ, ਫਿਰ ਵੀ ਮਨ ਨੂੰ ਚੋਭਾਂ ਲਾ ਰਹੇ ਨੇ। ਫਿਰ ਵੀ ਬੰਦਾ ਜਿਹੜਾ ਹੈ ਵਿਕਾਰਾਂ ਵਾਲੇ ਪਾਸੇ ਹੀ ਹੈ, ਸੱਚ ਵਾਲੇ ਪਾਸੇ ਹਾਲੇ ਵੀ ਨਹੀਂ ਜੁੜਿਆ। ਤੇ ਅਗਲੀ ਪੰਕਤੀ ਵਿੱਚ ਸਪਸ਼ਟ ਕਰ ਰਹੇ ਨੇ, ਅਜੈ ਸੋ ਰੱਬ ਨਾ ਬਾਹੁੜਿਓ, ਦੇਖ ਬੰਦੇ ਕੇ ਭਾਗ। ਕਿ ਸਰੀਰ ਇੰਨਾ ਲਿੱਸਾ ਹੋ ਗਿਆ, ਪਰ ਇਸ ਬੰਦੇ ਦੀ ਮਾੜੀ ਕਿਸਮਤ ਵੇਖੋ, ਮਾੜੇ ਕਰਮ ਵੇਖੋ, ਹਾਲੇ ਵੀ ਇਹ ਰੱਬ ਵਾਲੇ ਪਾਸੇ ਨਹੀਂ ਪਰਤਿਆ। ਵੈਸੇ ਆਮ ਤਾਂ ਅਰਥ ਇਹੀ ਕਰਦੇ ਨੇ ਕਿ ਰੱਬ ਨਹੀਂ ਬੌੜਿਆ, ਰੱਬ ਨੇ ਇਹਦੇ ਤੇ ਕਿਰਪਾ ਨਹੀਂ ਕੀਤੀ, ਰੱਬ ਨੇ ਇਹਨੂੰ ਠੀਕ ਨਹੀਂ ਕੀਤਾ, ਤਾਂ ਇੱਥੇ ਫਿਰ ਦੋਸ਼ ਰੱਬ ਦਾ ਰਹਿ ਜਾਏਗਾ। ਅਸਲੀ ਗੱਲ ਹੈ ਕਿ ਅਜੇ ਵੀ ਇਹ ਬੰਦਾ ਰੱਬ ਵਾਲੇ ਪਾਸੇ ਨਹੀਂ ਪਰਤਿਆ, ਬਿਲਕੁਲ ਕਮਜ਼ੋਰ ਹੋ ਗਿਆ, ਅੱਖਾਂ ਚੋਂ ਦਿਸਣਾ ਘੱਟ ਹੋ ਗਿਆ, ਨਜ਼ਰ ਕਮਜ਼ੋਰ ਹੋ ਗਈ ਹੈ, ਪਰ ਹਾਲੇ ਵੀ ਅੰਦਰ ਚਸਕਾ ਪਰਾਈਆਂ ਇਸਤਰੀਆਂ ਨੂੰ, ਪਰਾਏ ਧਨ ਨੂੰ ਤੱਕਣ ਦਾ ਹੈ। ਦੰਦ ਨਹੀਂ ਮੂੰਹ ਚ ਰਹੇ, ਲੇਕਿਨ ਹਾਲੇ ਵੀ ਦੁਨਿਆਵੀ ਜੋ ਚਸਕੇ ਨੇ ਪਦਾਰਥ, ਉਧਰ ਹੀ ਇਹਦਾ ਧਿਆਨ ਹੈ। ਹੱਥ ਦੇ ਕਮਜ਼ੋਰ ਹੋ ਗਏ ਨੇ, ਕੁਛ ਕਰ ਨਹੀਂ ਸਕਦਾ, ਲੇਕਿਨ ਹਾਲੇ ਵੀ 2 ਨੰਬਰ ਦੇ ਧੰਦੇ ਕਰਨੇ ਚਾਹੁੰਦਾ ਹੈ, ਹਾਲੇ ਵੀ ਪ੍ਰਾਪਰਟੀਆਂ ਬਗਾਨੀਆਂ ਦਬਾਣੀਆਂ ਚਾਹੁੰਦਾ ਹੈ, ਹਾਲੇ ਵੀ ਨਸ਼ਿਆਂ ਦੇ ਵਿੱਚ ਖਚਤ ਹੈ, ਵਿਕਾਰਾਂ ਵਿੱਚ ਖਚਤ ਹੈ। ਪੈਰਾਂ ਨਾਲ ਤੁਰਿਆ ਨਹੀਂ ਜਾਂਦਾ, ਗੋਡੇ ਰਹਿ ਗਏ ਨੇ, ਬਾਥਰੂਮ ਤੱਕ ਨਹੀਂ ਜਾਇਆ ਜਾਂਦਾ, ਲੇਕਿਨ ਹਾਲੇ ਵੀ ਜੀ ਕਰਦਾ ਹੈ ਕਿ ਫਿਲਮ ਦੇਖ ਹੀ ਆਵਾਂ, ਹਾਲੇ ਵੀ ਜੀ ਕਰਦਾ ਹੈ ਸ਼ਰਾਬ ਦੇ ਠੇਕੇ ਤੱਕ ਮਾਰ ਆਵਾਂ ਗੇੜਾ। ਮਤਲਬ ਕਿ ਹਾਲੇ ਵੀ ਇਹਦੇ ਜਿਹੜੇ ਅੰਦਰਲੀ ਸੁਰਤ ਹੈ ਉਹ ਵਿਕਾਰਾਂ ਵੱਲ ਜੁੜੀ ਹੈ, ਹਾਲੇ ਵੀ ਇਹ ਬੰਦਾ ਰੱਬ ਵਾਲੇ ਪਾਸੇ ਯਾਨੀ ਸ਼ੁਭ ਗੁਣਾਂ ਵਾਲੇ ਪਾਸੇ ਨਹੀਂ ਪਰਤਿਆ। ਤਾਂ ਇਹ ਬੰਦੇ ਦੀ ਕੰਡੀਸ਼ਨ, ਬੰਦੇ ਦੀ ਦਸ਼ਾ, ਬੰਦੇ ਦੀ ਸੋਚ ਦਰਸਾਈ ਗਈ ਹੈ ਕਿ ਉਹ ਇਨਸਾਨ ਜਿਹੜੇ ਸੱਚ ਨਾਲੋਂ ਟੁੱਟ ਜਾਂਦੇ ਨੇ, ਉਹਨਾਂ ਦਾ ਸਰੀਰ ਵੀ ਲਿੱਸਾ ਹੋ ਜਾਏ, ਆਤਮਿਕ ਮੌਤੇ ਵੀ ਮਰ ਜਾਣ, ਫਿਰ ਵੀ ਉਹ ਬੰਦੇ ਜਿਹੜੇ ਨੇ ਸ਼ੁਭ ਗੁਣਾਂ ਵਾਲੇ ਪਾਸੇ ਨਹੀਂ ਜੁੜਦੇ, ਸੱਚ ਵਾਲੇ ਪਾਸੇ ਨਹੀਂ ਜੁੜਦੇ। ਤਾਂ ਇੱਥੇ ਸਾਡੀ ਅੰਦਰ ਇੱਕ ਸੰਭਾਵਨਾ ਦਰਸਾਈ ਜਾ ਰਹੀ ਹੈ ਕਿ ਪਿਆਰਿਓ, ਤੁਸੀਂ ਜੇ ਵਿਕਾਰਾਂ ਵਿੱਚ ਖਚਤ ਹੋ ਗਏ ਹੋ, ਜੇ ਕਿਤੇ ਜੀਵਨ ਵਿੱਚ ਕਮੀਆਂ, ਦੋਸ਼, ਪਾਪ ਆ ਗਏ ਨੇ, ਤਾਂ ਸਾਨੂੰ ਇਹ ਚੀਜ਼ਾਂ ਛੱਡ ਦੇਣੀਆਂ ਚਾਹੀਦੀਆਂ ਨੇ।
ਸਾਨੂੰ ਸੱਚ ਵਾਲੇ ਪਾਸੇ ਪਰਤਣਾ ਚਾਹੀਦਾ ਹੈ, ਚੰਗੇ ਪਾਸੇ ਲੱਗਣਾ ਚਾਹੀਦਾ ਹੈ। ਜੇਕਰ ਈਰਖਾ ਨੇ, ਦਵੈਸ਼ ਨੇ, ਵੈਰ ਵਿਰੋਧ ਨੇ ਸਾਡੇ ਸਰੀਰ ਨੂੰ ਹੀ ਪਿੰਜਰਾ ਕਰ ਦਿੱਤਾ ਹੈ, ਤਾਂ ਹੁਣ ਹੀ ਚੰਗੇ ਪਾਸੇ ਲੱਗ ਜਾਓ। ਆਪਣੇ ਜੀਵਨ ਨੂੰ ਬਦਲਿਆ ਜਾ ਸਕਦਾ ਹੈ, ਤਾਂ ਬਦਲਣ ਦੀ ਲੋੜ ਹੈ। ਅਗਲਾ ਬਚਨ ਬਾਬਾ ਫਰੀਦ ਜੀ ਕਰਦੇ ਨੇ, ਕਾਗਾਂ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ, ਇਹ ਦੋਇ ਨੈਣਾ ਮਤ ਛੂਹੋ ਫਿਰ ਦੇਖਣ ਕੀ ਆਸ। ਕਾਗਾਂ ਦਾ ਮਤਲਬ ਕਾਵਾਂ ਨੇ, ਵਿਕਾਰਾਂ ਨੇ, ਦੁਨਿਆਵੀ ਪਦਾਰਥਾਂ ਦੇ ਪਾਪਾਂ ਵਿਕਾਰਾਂ ਦੇ ਚਸਕਿਆਂ ਨੇ। ਕਰੰਗ ਦਾ ਮਤਲਬ ਪਿੰਜਰ, ਬਹੁਤ ਲਿੱਸਾ ਹੋਇਆ ਸਰੀਰ। ਸਗਲਾ ਦਾ ਮਤਲਬ ਸਾਰਾ, ਯਾਨੀ ਜਿਹੜੇ ਪਾਪ ਵਿਕਾਰ ਨੇ ਇਹਨਾਂ ਨੇ ਇਹ ਸਰੀਰ ਪਿੰਜਰੇ ਨੂੰ ਫੂਲ ਮਾਰਿਆ, ਸਾਰਾ ਮਾਸ ਖਾ ਲਿਆ ਹੈ। ਮਾਸ ਖਾਣ ਦਾ ਮਤਲਬ ਇਹ ਨਹੀਂ ਕਿ ਸਰੀਰ ਦੀ ਚਮੜੀ ਖਾਧੀ ਗਈ ਹੈ। ਬੜੇ ਮੋਟੇ ਮੋਟੇ ਬੰਦੇ ਹੁੰਦੇ ਨੇ, ਬੜੀ ਚਮੜੀ ਹੁੰਦੀ ਹੈ, ਚਰਬੀ ਚੜੀ ਹੁੰਦੀ ਹੈ ਲੋਕਾਂ ਤੇ ਪਾਪ ਕਰਮ ਕਮਾਉਣ ਵਾਲਿਆਂ ਦੇ ਉੱਤੇ। ਇਹ ਜ਼ਰੂਰੀ ਨਹੀਂ ਕਿ ਪਾਪ ਕਰਮ ਕਰਨ ਵਾਲੇ ਸਰੀਰ ਕਰਕੇ ਲਿੱਸੇ ਹੋ ਜਾਂਦੇ, ਚਰਬੀ ਉਹਨਾਂ ਦੇ ਉੱਤੇ ਨਹੀਂ ਰਹਿੰਦੀ। ਤਾਂ ਗੱਲ ਇਹ ਹੈ ਕਿ ਜਿੰਨਾ ਵੀ ਪਿੰਜਰਾ ਹੈ ਫੂਲ ਮਾਰਿਆ ਹੈ, ਸਾਰਾ ਮਾਸ ਖਾ ਲਿਆ ਹੈ। ਮਾਸ ਖਾਣ ਦਾ ਮਤਲਬ ਚੰਗੇ ਕਰਮਾਂ ਦੀ ਸੱਤਿਆ ਖਤਮ ਕਰ ਲਈ ਹੈ, ਆਤਮਿਕ ਜੀਵਨ ਖਾ ਲਿਆ ਹੈ। ਲੇਕਿਨ ਹਾਲੇ ਵੀ ਜਿਹੜੇ ਨੇ ਇਹ ਚੋਭਾਂ ਲਾਈ ਜਾ ਰਹੇ ਨੇ। ਇਸ ਮੌਕੇ ਸਰੀਰ ਦੀ ਸੱਤਿਆ ਇਹਨਾਂ ਨੇ ਖਿੱਚ ਲਈ। ਸਗਲਾ ਖਾਇਆ ਮਾਸ ਦਾ ਮਤਲਬ ਵਿਕਾਰਾਂ ਨੇ ਸਾਰੀ ਸੱਤਿਆ ਖਿੱਚ ਲਈ। ਚਾਹੀਦਾ ਤੇ ਇਹ ਸੀ ਕਿ ਅੱਖਾਂ ਦੇ ਨਾਲ ਹਰ ਇੱਕ ਦੇ ਅੰਦਰ ਹਰੀ ਦੀ ਜੋਤ ਤੱਕਦਾ। ਚਾਹੀਦਾ ਤੇ ਇਹ ਸੀ ਦੂਜਿਆਂ ਨੂੰ ਉਸ ਨਜ਼ਰੀਏ ਨਾਲ ਤੱਕਦਾ ਜਿਸ ਨਜ਼ਰੀਏ ਨਾਲ ਆਪਣੇ ਆਪ ਨੂੰ ਵੀ ਤਕਾਣਾ ਚਾਹੁੰਦਾ ਹੈ। ਹਰ ਧੀ ਭੈਣ ਨੂੰ ਆਪਣੀ ਧੀ ਭੈਣ ਸਮਝਦਾ। ਚਾਹੀਦਾ ਤਾਂ ਇਹ ਸੀ ਕਿ ਜ਼ਬਾਨ ਦੇ ਨਾਲ ਦੂਜਿਆਂ ਨਾਲ ਉਹੋ ਜਿਹੇ ਬੋਲ ਬੋਲਦਾ ਜੈਸੇ ਬੋਲ ਇਹ ਆਪਣੇ ਵਾਸਤੇ ਸੁਣਨਾ ਚਾਹੁੰਦਾ ਹੈ। ਲੇਕਿਨ ਐਸਾ ਹੋਇਆ ਨਹੀਂ। ਇਹਦਾ ਸਰੀਰ ਵਿਕਾਰਾਂ ਨੇ ਢੰਡੋਲ ਮਾਰਿਆ, ਸਾਰਾ ਮਾਸ ਖਾ ਮਾਰਿਆ, ਯਾਨੀ ਸੱਤਿਆ ਖਾ ਲਈ, ਚੰਗੇ ਗੁਣ ਖਾ ਲਿਆ। ਹੁਣ ਬਾਬਾ ਫਰੀਦ ਜੀ ਇੱਥੇ ਸਾਨੂੰ ਪੋਜ਼ਿਟਿਵਿਟੀ ਦੇ ਰਹੇ ਨੇ ਕਿ ਇੱਕ ਸੰਭਾਵਨਾ ਹੈ, ਇਹ ਦੋਏ ਨੈਣਾ ਮਤ ਛੂਹੋ ਫਿਰ ਦੇਖਣ ਕੀ ਆਸ। ਮਤ ਛੂਹੋ ਦਾ ਮਤਲਬ ਕਿ ਮੇਰੇ ਨੇੜੇ ਨਾ ਆਵੋ, ਮੇਰੇ ਨੇੜੇ ਨਾ ਆਵੋ। ਆਸ ਦਾ ਮਤਲਬ ਤਾਂਗ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਰੱਬ ਕਰੇ ਕੋਈ ਵਿਕਾਰ ਮੇਰੀਆਂ ਅੱਖਾਂ ਦੇ ਨੇੜੇ ਨਾ ਆਵੇ, ਇਹਨਾਂ ਵਿੱਚ ਪਿਆਰੇ ਪ੍ਰੀਤਮ ਦੇ ਮਿਲਾਪ ਦੀ ਤਾਂਗ ਬਣੀ ਰਹੇ, ਪਿਆਰੇ ਪ੍ਰੀਤਮ ਦੇ ਦੀਦਾਰ ਦੀ ਤਾਂਗ ਜਿਹੜੀ ਬਣੀ ਰਹੇ। ਅੱਖਾਂ ਦਾ ਮਤਲਬ ਮਨ ਬੁੱਧੀ। ਹੁਣ ਬਾਬਾ ਫਰੀਦ ਜੀ ਵਿਕਾਰੀ ਮਨੁੱਖ ਦੀ ਦਸ਼ਾ ਨੂੰ ਵੇਖ ਕੇ ਤੇ ਇਹ ਕਹਿ ਰਹੇ ਨੇ, ਸੋਚ ਰਹੇ ਨੇ ਕਿ ਮੇਰੇ ਮਨ ਬੁੱਧੀ ਰੂਪ ਨੇਤਰਾਂ ਨੂੰ ਕੋਈ ਵਿਕਾਰ ਟੱਚ ਨਾ ਕਰੇ, ਮੇਰੇ ਅੰਦਰ ਪ੍ਰਭੂ ਪ੍ਰੀਤਮ ਦੇ ਦੀਦਾਰ ਦੀ ਤਾਂਗ ਬਣੀ ਜਾਏ ਰਹੇ, ਰੱਬੀ ਗੁਣਾਂ ਨੂੰ ਮੈਂ ਆਪਣੇ ਅੰਦਰੋਂ ਵੇਖ ਸਕਾਂ, ਮੈਂ ਇਸ ਸੰਸਾਰ ਨੂੰ ਰੱਬੀ ਰੂਪ ਦੇ ਵਿੱਚ ਵੇਖ ਸਕਾਂ, ਮੈਂ ਚੰਗੇ ਗੁਣਾਂ ਨੂੰ ਵੇਖ ਸਕਾਂ, ਰੱਬ ਦੀ ਰਜ਼ਾ ਨੂੰ ਮੈਂ ਪਹਿਚਾਨ ਸਕਾਂ, ਮੇਰੇ ਅੰਦਰ ਇਹ ਤਾਂਗ ਬਣੀ ਰਹੇ। ਤਾਂ ਇੱਥੇ ਸਾਨੂੰ ਪ੍ਰੇਰਨਾ ਦਿੱਤੀ ਜਾ ਰਹੀ ਹੈ ਕਿ ਆਪਣੇ ਅੰਦਰ ਸ਼ੁਭ ਗੁਣਾਂ ਦੀ ਤਾਂਗ ਬਣਾਈ ਰੱਖੋ, ਆਪਣੇ ਅੰਦਰ ਸ਼ੁਭ ਗੁਣਾਂ ਦੀ ਤਾਂਗ ਬਣਾਈ ਰੱਖੋ। ਔਰ ਇਹ ਪੋਸੀਬਿਲਿਟੀ ਹੈ, ਇਹਨਾਂ ਵਿਕਾਰਾਂ ਤੋਂ ਬਚਿਆ ਜਾ ਸਕਦਾ ਹੈ ਜੇ ਅਸੀਂ ਥੋੜਾ ਜਿਹਾ ਯਤਨ ਕਰੀਏ, ਜੇ ਅਸੀਂ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣ ਦਾ ਯਤਨ ਕਰੀਏ ਤਾਂ ਐਸਾ ਕੁਝ ਸੰਭਵ ਹੈ, ਸੰਭਾਵਨਾ ਹੈ, ਹਰ ਇਨਸਾਨ ਚੰਗਾ ਹੋ ਸਕਦਾ ਹੈ। ਤਾਂ ਇੱਥੋਂ ਸਾਨੂੰ ਜੀਣ ਵਾਸਤੇ ਕੀ ਪ੍ਰੇਰਨਾ ਮਿਲ ਰਹੀ ਹੈ ਕਿ ਜੇਕਰ ਹੁਣ ਤੱਕ ਦਾ ਸਾਡਾ ਜੀਵਨ ਜਾਣ ਬੁੱਝ ਕੇ ਜਾਂ ਕਿਸੇ ਗਲਤੀ ਕਾਰਨ ਵਿਸ਼ੇ ਵਿਕਾਰਾਂ ਦੇ ਅੰਦਰ ਬੀਤ ਗਿਆ ਹੈ, ਤਾਂ ਸਾਨੂੰ ਆਪਣੇ ਅੰਦਰ ਤਾਂਗ ਪੈਦਾ ਕਰਨੀ ਚਾਹੀਦੀ ਹੈ ਕਿ ਜਿਹੜਾ ਆਉਣ ਵਾਲਾ ਜੀਵਨ ਹੈ ਉਹ ਵਿਸ਼ੇ ਵਿਕਾਰਾਂ ਵਿੱਚ ਨਾ ਬੀਤੇ। ਅਸੀਂ ਆਪਣੇ ਆਉਣ ਵਾਲੇ ਜੀਵਨ ਨੂੰ ਬਦਲੀਏ, ਆਪਣੇ ਜੀਵਨ ਨੂੰ ਚੰਗਾ ਬਣਾਈਏ, ਆਪਣੀ ਮਾਨਸਿਕਤਾ ਦੇ ਅੰਦਰ, ਆਪਣੀ ਸੋਚ ਦੇ ਅੰਦਰ ਐਸੀ ਸੋਚ ਪੈਦਾ ਕਰੀਏ ਕਿ ਜਿੱਥੇ ਹਰ ਇਨਸਾਨ ਸਾਨੂੰ ਚੰਗਾ ਲੱਗੇ, ਪਿਆਰਾ ਲੱਗੇ, ਇਨਸਾਨੀਅਤ ਵਾਲੇ ਸਾਡੀ ਨਜ਼ਰੀਆ ਹੋਵੇ, ਚੰਗੇ ਸਾਡੇ ਕਰਮ ਹੋਣ। ਸਾਨੂੰ ਇੱਥੋਂ ਇਹ ਪ੍ਰੇਰਨਾ ਦਿੱਤੀ ਜਾ ਰਹੀ। ਕਾਗਾ ਚੂੰਡ ਨਾ ਪਿੰਜਰਾ ਬਸੈ ਤਾਂ ਉੱਡਰ ਜਾਹੇ, ਜਿਤ ਪਿੰਜਰੇ ਮੇਰਾ ਸ਼ੋਹ ਵਸੈ ਮਾਸ ਨਾ ਤਿੱਦੂ ਖਾਹੇ। ਇਹ ਜੋ ਤਿੱਦੂ ਲਿਖਿਆ ਹੈ ਇੱਥੇ ਦੱਦੇ ਦੇ ਉੱਤੇ ਟਿੱਪੀ ਲਗਾਵਾਂਗੇ, ਤਿੱਦੂ। ਤਿੱਦੂ ਦਾ ਮਤਲਬ ਉਸ ਸਰੀਰ ਵਿੱਚੋਂ। ਕਾਗਾ ਚੂੰਡ ਨਾ ਪਿੰਜਰਾ, ਕਾਗਾ ਦਾ ਮਤਲਬ ਹੈ ਕਾਂ,
ਹੁਣ ਇਹ ਜਿਹੜੀ ਬਾਬਾ ਫਰੀਦ ਜੀ ਦੀ ਤਸਵੀਰ ਬਣਾ ਕੇ ਉੱਤੇ ਕਾਂ ਬਿਠਾਇਆ ਹੈ, ਉਸ ਕਾਂ ਦੀ ਗੱਲ ਨਹੀਂ। ਉਹ ਕਾਂ ਦੀ ਗੱਲ ਨਹੀਂ, ਇੱਥੇ ਕਾਂ ਨੇ ਦੁਨਿਆਵੀ ਵਿਕਾਰ ਜਿਹੜੇ ਨੇ, ਵਿਸ਼ੇ ਵਿਕਾਰ ਨੇ, ਚਸਕੇ ਨੇ, ਪਾਪ ਨੇ, ਅਪਰਾਧ ਨੇ। ਚੂੰਡ ਦਾ ਮਤਲਬ ਚੂੰਡਣਾ, ਠੂੰਗੇ ਮਾਰਨੇ, ਤੰਗ ਕਰਨਾ, ਦੁਖੀ ਕਰਨਾ। ਪਿੰਜਰਾ ਦਾ ਮਤਲਬ ਲਿੱਸਾ ਹੋਇਆ ਸਰੀਰ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਹੇ ਕਾਂ, ਮੇਰੇ ਪਿੰਜਰ ਨੂੰ ਨਾ ਠੂੰਗ, ਇਹ ਵਿਕਾਰੋ ਮੈਨੂੰ ਹੋਰ ਦੁਖੀ ਨਾ ਕਰੋ। ਬਸੇ ਤਾਂ ਉੱਡਰ ਜਾਹੇ, ਬਸੇ ਦਾ ਮਤਲਬ ਪਾਸ ਬਹਿਣਾ ਹੈ। ਹੁਣ ਸ਼੍ਰੋਮਣੀ ਕਮੇਟੀ ਵੱਲੋਂ ਜੋ 4 ਸੰਚੀਆਂ ਲਿਖੀਆਂ ਗਈਆਂ ਨੇ, ਉਹਨਾਂ ਵਿੱਚ ਵਿਦਵਾਨਾਂ ਨੇ ਲਿਖਿਆ ਹੈ ਕਿ ਕਈਆਂ ਬੀੜਾਂ ਦੇ ਵਿੱਚ ਪਾਠ ਬੈਸਤ ਹੈ। ਬੈਸਤ ਉੱਡਰ ਜਾਹੇ, ਪੁਰਾਤਨ ਕਈਆਂ ਬੀੜਾਂ ਦੇ ਵਿੱਚ ਪਾਠ ਬੈਸਤ ਹੈ, ਲੇਕਿਨ ਹੁਣ ਜੋ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਉਸ ਵਿੱਚ ਪਾਠ ਇਹ ਹੈ ਬਸੈ ਤਾਂ ਉੱਡਰ ਜਾਹੇ। ਇੱਥੇ ਬਸੈ ਦਾ ਮਤਲਬ ਹੈ ਬੈਠਣਾ, ਕਿ ਜੇ ਤੂੰ ਮੇਰੇ ਨਜ਼ਦੀਕ ਬੈਠਾ ਵੀ ਹੈ ਤੇ ਉੱਡਰ ਜਾ, ਚਲਾ ਜਾ, ਮੇਰੇ ਸਰੀਰ ਨੂੰ ਨਾ ਚੂੰਡ, ਮੈਨੂੰ ਦੁਖੀ ਨਾ ਕਰ। ਤਾਂ ਇੱਥੇ ਸਾਨੂੰ ਇਹ ਸਮਝਾਇਆ ਜਾ ਰਿਹਾ ਹੈ ਕਿ ਵਿਕਾਰਾਂ ਤੋਂ ਅਸਾਂ ਬਚਣਾ ਹੈ। ਬਸੈ ਤਾਂ ਮਤਲਬ ਜੇ ਕੋਈ ਬੈਠਿਆ ਹੈ, ਹੁਣ ਕਈ ਵਾਰ ਹੁੰਦਾ ਬੰਦਾ ਵਿਕਾਰ ਕਰਦਾ ਤੇ ਨਹੀਂ, ਬਾਹਰੀ ਤੌਰ ਤੇ ਉਹ ਵਿਕਾਰ ਨਹੀਂ ਕਰ ਰਿਹਾ ਹੁੰਦਾ, ਲੇਕਿਨ ਉਹਦੀ ਸੋਚ ਦੇ ਅੰਦਰ ਕਦੇ ਕਦਾਈ ਆ ਜਾਂਦਾ ਹੈ ਕਿ ਮੈਂ ਯਾਰ ਇਹ ਕਰਮਕਾਰੀ ਲਵਾਂ, ਲੋਕ ਕਰ ਰਹੇ ਨੇ ਮੈਨੂੰ ਕੀ, ਲੋਕ ਠੱਗੀ ਮਾਰ ਰਹੇ ਨੇ ਤੇ ਮੈਂ ਵੀ ਠੱਗੀ ਮਾਰ ਲਵਾਂ। ਆ ਬੇਗਾਨਾ ਥੋੜਾ ਜਿਹਾ ਹੱਕ ਖਾਣ ਦੇ ਨਾਲ ਜੇ ਮੇਰੀ ਪ੍ਰਾਪਰਟੀ ਵੱਧਦੀ ਹੈ ਤੇ ਮੈਂ ਵੀ ਵਧਾ ਲਵਾਂ। ਹਾਲਾਂਕਿ ਉਹਨੇ ਕੀਤਾ ਨਹੀਂ ਕੁਛ, ਪਰ ਉਹਦੇ ਅੰਦਰ ਵਿਚਾਰ ਆ ਗਿਆ ਹੈ। ਇਹਨੂੰ ਕਹਿੰਦੇ ਨੇ ਵਿਕਾਰ ਦਾ ਕੋਲ ਬਹਿਣਾ। ਜੇ ਵਿਚਾਰ ਪੈਦਾ ਹੋਣ ਲੱਗ ਜਾਣ ਨਾ, ਤਾਂ ਫਿਰ ਹੌਲੇ ਹੌਲੇ ਬੰਦਾ ਇਹੋ ਜਿਹੇ ਕਰਮ ਵੀ ਕਰ ਲੈ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਮੇਰੇ ਅੰਦਰ ਸੋਚ ਵੀ ਇਹੋ ਜਿਹੀ ਪੈਦਾ ਨਾ ਹੋ ਕਿ ਇਹ ਵਿਕਾਰੋ ਮੇਰੇ ਪਿੰਜਰੇ ਨੂੰ ਨਾ ਚੂੰਡੋ, ਮੇਰੇ ਨਜ਼ਦੀਕ ਨਾ ਆਵੋ। ਔਰ ਇਥੋਂ ਤੱਕ ਕਹਿ ਰਹੇ ਨੇ ਕਿ ਜੇ ਅੰਦਰ ਕਿਤੇ ਸੋਚ ਹੈ ਵੀ ਤੇ ਉਹਨੂੰ ਵੀ ਦੂਰ ਚਲੇ ਜਾਓ। ਤਾਂ ਸਾਨੂੰ ਇਥੋਂ ਪ੍ਰੇਰਨਾ ਦਿੱਤੀ ਜਾ ਰਹੀ ਹੈ ਕਿ ਆਪਣੇ ਜੀਵਨ ਨੂੰ ਵਿਸ਼ੇ ਵਿਕਾਰਾਂ ਤੋਂ, ਪਾਪਾਂ ਅਪਰਾਧਾਂ ਤੋਂ ਬਚਾਉਣਾ ਹੈ। ਤੇ ਜੇ ਕਿਤੇ ਸੋਚ ਦੇ ਅੰਦਰ ਵੀ ਕੋਈ ਵਿਕਾਰ ਆਉਂਦਾ ਨਾ, ਉਹਨੂੰ ਸੋਚ ਵਿੱਚੋਂ ਵੀ ਉਡਾ ਦੇਣਾ, ਸੋਚ ਵਿੱਚ ਵੀ ਨਾ ਆਵੇ। ਮਾੜਾ ਕਰਮ ਕਰਨਾ ਤਾਂ ਦੂਰ ਦੀ ਗੱਲ, ਅੰਦਰ ਸੋਚ ਵਿੱਚ ਵੀ ਵਿਕਾਰ ਨਾ ਪੈਦਾ ਹੋਵੇ ਕਿ ਮੈਂ ਕਿਸੇ ਨਾਲ ਈਰਖਾ ਕਰਨੀ, ਕਿ ਮੈਂ ਕਿਸੇ ਦਾ ਨੁਕਸਾਨ ਕਰਨਾ ਹੈ, ਕਿ ਮੈਂ ਕੋਈ ਪਾਪ ਕਰਨਾ ਹੈ। ਸੋਚ ਵੀ ਅੰਦਰ ਪੈਦਾ ਨਾ ਹੋਵੇ। ਜਿਤ ਪਿੰਜਰੇ ਮੇਰਾ ਸ਼ਹੁ ਵਸੈ, ਜਿਸ ਸਰੀਰ ਪਿੰਜਰੇ ਵਿੱਚ ਮੇਰਾ ਰੱਬ ਵਸ ਰਿਹਾ ਹੈ। ਹੁਣ ਦੇਖੋ, ਸਭ ਮੈਂ ਜੋਤ, ਜੋਤ ਹੈ ਸੋਏ। ਸਾਰਿਆਂ ਦੇ ਅੰਦਰ ਜੋਤ ਹੈ, ਇੱਕ ਸਿਸਟਮ ਹੈ, ਰੱਬੀ ਗੁਣ ਨੇ, ਹਰ ਇੱਕ ਦੇ ਅੰਦਰ ਸਤ ਸੰਤੋਖ ਆਦਿਕ ਨੇ। ਮਨ ਤੂੰ ਜੋਤ ਸਰੂਪ ਹੈ। ਇਹ ਪੋਸੀਬਿਲਿਟੀ ਹੈ ਕਿ ਬੰਦਾ ਰੱਬ ਵਰਗਾ ਹੋ ਕੇ ਜੀਵੇ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਜਿਸ ਸਰੀਰ ਪਿੰਜਰੇ ਵਿੱਚ ਰੱਬ ਵਸ ਰਿਹਾ ਹੈ, ਰੱਬੀ ਗੁਣ ਵਸਦੇ ਨੇ, ਮਾਸ ਨਾ ਤਿੱਦੂ ਖਾਹੇ। ਤਿੱਦੂ ਕਰਕੇ ਬੋਲਣਾ ਹੈ, ਮਾਸ ਨਾ ਤਿੱਦੂ ਖਾਹੇ। ਤਿੱਦੂ ਦਾ ਮਤਲਬ ਉਥੋਂ, ਉਸ ਸਰੀਰ ਦੇ ਅੰਦਰੋਂ ਮਾਸ ਨਾ ਖਾ, ਯਾਨੀ ਉਸ ਸਰੀਰ ਨੂੰ ਵਿਸ਼ੇ ਵਿਕਾਰਾਂ ਵੱਲ ਪ੍ਰੇਰਨਾ ਨਾ ਦੇ, ਵਿਸ਼ੇ ਵਿਕਾਰਾਂ ਵੱਲ ਪ੍ਰੇਰਨ ਦਾ ਯਤਨ ਨਾ ਕਰ। ਤਾਂ ਇੱਥੇ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਹਰ ਇੱਕ ਦੇ ਅੰਦਰ ਰੱਬੀ ਜੋਤ ਹੈ, ਹਰ ਇੱਕ ਦੇ ਅੰਦਰ ਰੱਬੀ ਗੁਣ ਨੇ। ਇਹ ਪੋਸੀਬਿਲਿਟੀ ਹੈ ਕਿ ਉਹ ਅੰਦਰ ਵਸਤੇ ਸਤ ਸੰਤੋਖ, ਦਇਆ, ਧਰਮ ਆਦਿਕ ਸ਼ੁਭ ਗੁਣਾਂ ਨੂੰ ਆਪਣੇ ਅੰਦਰੋਂ ਪ੍ਰਗਟ ਕਰੇ, ਅੰਦਰ ਵੀ ਵਸਾਵੇ, ਸੋਚ ਵਿੱਚ ਵੀ, ਬੋਲਾਂ ਵਿੱਚ ਵੀ ਪ੍ਰਗਟ ਕਰੇ, ਵਿਹਾਰ ਦੇ ਅੰਦਰ ਵੀ ਪ੍ਰਗਟ ਕਰੇ। ਉਹ ਰੱਬ ਵਰਗਾ ਹੋ ਸਕਦਾ ਹੈ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਗੁਣਾਂ ਦੇ ਨਾਲ ਜੁੜਨਾ ਹੈ, ਆਪਣੇ ਆਪ ਨੂੰ ਔਗਣਾਂ ਵਾਲੇ ਪਾਸੇ ਪ੍ਰੇਰਿਤ ਨਾ ਹੋਣ ਦਿਓ। ਜੇ ਕੋਈ ਤੁਹਾਨੂੰ ਪ੍ਰੇਰਿਤ ਕਰਦਾ ਹੈ ਬਾਹਰੋਂ, ਉਹਦੀ ਗੱਲ ਨਾ ਸੁਣੋ। ਕੰਨੀ ਬੁੱਝੇ ਦੇ ਰਹਾ ਕਿੱਤੀ ਵੱਗੇ ਪਾਉਣ। ਦੂਜੇ ਨੰਬਰ ਤੇ ਜੇ ਕਿਤੇ ਆਪਣੇ ਅੰਦਰੋਂ ਕੋਈ ਮਾੜਾ ਕਰਮ ਕਰਨ ਦੀ ਪ੍ਰੇਰਨਾ ਹੁੰਦੀ ਹੈ ਨਾ ਪੈਦਾ, ਕਈ ਵਾਰ ਆ ਜਾਂਦਾ ਹੈ ਵਿਚਾਰ, ਤਾਂ ਉਹ ਵਿਚਾਰ ਵੀ ਪੈਦਾ ਨਾ ਹੋਣ ਦਿਓ। ਸਗੋਂ ਇਹ ਸੋਚੋ ਕਿ ਮੇਰੇ ਅੰਦਰ ਸ਼ੁਭ ਗੁਣ ਮੌਜੂਦ ਨੇ, ਮੇਰੇ ਅੰਦਰ ਪ੍ਰਭੂ ਵਸਦਾ ਹੈ, ਮੈਂ ਰੱਬ ਵਰਗਾ ਬਣਨਾ ਹੈ, ਰੱਬੀ ਗੁਣਾਂ ਦਾ ਮੈਂ ਧਾਰਨੀ ਹੋਣਾ ਹੈ। ਇਹ ਵਿਚਾਰ ਸਾਨੂੰ ਇਸ ਪਾਵਨ ਸਲੋਕ ਦੇ ਅੰਦਰੋਂ ਜ਼ਿੰਦਗੀ ਵਾਸਤੇ ਮਿਲ ਰਹੀ ਹੈ। ਫਰੀਦਾ ਗੋਰ ਨਿਮਾਣੀ ਛੱਡ ਕਰੇ, ਨਿਕਰਿਆ ਘਰ ਆਓ, ਸਰ ਪਰ ਮੈਥੇ ਆਵਣਾ, ਮਰਣੋਂ ਨਾ ਡਰਿਆ। ਗੋਰ ਦਾ ਮਤਲਬ ਮੜੀ, ਕਬਰ।
ਨਿਮਾਣੀ ਦਾ ਮਤਲਬ ਵਿਚਾਰੀ, ਸੱਡ ਦਾ ਮਤਲਬ ਹੁੰਦਾ ਹੈ ਸੱਦਾ, ਆਵਾਜ਼, ਕਿ ਜਿਵੇਂ ਉਹਨੂੰ ਸੱਦ ਲਿਆ, ਆਵਾਜ਼ ਮਾਰ ਕੇ ਉਹਨੂੰ ਸੱਦ। ਇੱਥੇ ਸੱਡ ਦਾ ਮਤਲਬ ਹੈ ਸੱਦਾ, ਆਵਾਜ਼ ਮਾਰਨੀ। ਸੱਡ ਕਰੇ ਦਾ ਮਤਲਬ ਆਵਾਜ਼ ਮਾਰ ਰਹੀ ਹੈ। ਨਿਘਰਿਆ, ਇਹਨੂੰ ਨਿਘਰਿਆ ਨਹੀਂ ਪੜਨਾ, ਨਿਘਰਿਆ, ਜਿਹਦਾ ਕੋਈ ਘਰ ਨਹੀਂ, ਜਿਹਦਾ ਕੋਈ ਟਿਕਾਣਾ ਨਹੀਂ। ਤਾਂ ਬਾਬਾ ਫਰੀਦ ਜੀ ਸਮਝਾ ਰਹੇ ਨੇ ਕਿ ਇਹ ਫਰੀਦ ਕਬਰ ਵਿਚਾਰੀ ਬੰਦੇ ਨੂੰ ਆਵਾਜ਼ ਮਾਰ ਰਹੀ ਹੈ ਤੇ ਆਖਦੀ ਹੈ ਕਿ ਹੇ ਬੇਘਰੇ ਜੀਵ ਆਪਣੇ ਘਰ ਵਿੱਚ ਆ ਜਾ। ਸਰ ਪਰ ਮੈਥੇ ਆਵਣਾ, ਮੈਥੇ ਦਾ ਮਤਲਬ ਮੇਰੇ ਕੋਲ, ਸਰ ਪਰ ਦਾ ਮਤਲਬ ਆਖਿਰ ਨੂੰ, ਆਖਿਰ ਨੂੰ ਤੂੰ ਮੇਰੇ ਕੋਲ ਹੀ ਆਉਣਾ ਹੈ। ਤਾਂ ਫਿਰ ਮੌਤ ਤੋਂ ਇੰਨਾ ਨਾ ਡਰ। ਜਿਵੇਂ ਆਪਨੇ ਇੱਕ ਦਿਨ ਪੂਰਾ ਟੌਪਿਕ ਹੀ ਕਲਾਸ ਦੇ ਵਿੱਚ ਰੱਖਿਆ ਸੀ ਮੌਤ ਦੇ ਭੈ ਬਾਰੇ, ਮੌਤ ਕੀ ਹੈ ਔਰ ਮੌਤ ਇੱਕ ਅਟਲ ਸੱਚਾਈ ਹੈ, ਸਰੀਰ ਕਰਕੇ ਹਰ ਇਨਸਾਨ ਨੇ ਮਰਨਾ ਹੈ। ਤਾਂ ਇਸ ਮਰਨ ਤੋਂ ਤਾਂ ਡਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਜੇ ਡਰਾਂਗੇ ਵੀ ਤਾਂ ਤੇ ਮਰਨਾ ਤਾਂ ਪੈਣਾ। ਜੇ ਕੋਈ ਆਪਣੀ ਜ਼ਿੰਦਗੀ ਨੂੰ ਕੋਈ ਵਧਾ ਵੀ ਲਵੇ, 100-200 ਸਾਲ ਵੀ ਵਧਾ ਲਵੇ, 500-400 ਸਾਲ ਵੀ ਲੰਬੀ ਕਰ ਲਵੇ ਉਮਰ ਨੂੰ, ਸਪੋਜ਼, ਮਰਨਾ ਤਾਂ ਫਿਰ ਵੀ ਪੈਣਾ। ਜੇ 100 ਵਰਿਆਂ ਜੀਵਣਾ, ਮਰਨੋਂ ਨਾ ਡਰਿਆ। ਤਾਂ ਬਾਬਾ ਫਰੀਦ ਜੀ ਇੱਥੇ ਸਮਝਾ ਰਹੇ ਨੇ ਕਿ ਮੌਤ ਨਿਸ਼ਚਿਤ ਹੈ। ਤੂੰ ਬੇਘਰਾ ਹੈ। ਬੇਘਰਾ ਕਿਹਨੂੰ ਕਹਿੰਦੇ ਨੇ? ਹੁਣ ਅਸੀਂ ਕਵਾਂਗੇ ਵੀ ਅਸੀਂ ਤੇ ਬੇਘਰ ਨਹੀਂ ਹਾਂ। ਸਾਡੇ ਕੋਲ ਤਾਂ ਇੱਥੇ ਇੰਗਲੈਂਡ ਦੇ ਅੰਦਰ ਮਕਾਨ ਨੇ ਵੱਡੇ ਵੱਡੇ, ਕੈਨੇਡਾ ਵਿੱਚ, ਅਮਰੀਕਾ ਵਿੱਚ ਮਕਾਨ ਨੇ, ਸਾਡੇ ਕੋਲ ਇੰਡੀਆ ਵਿੱਚ ਕੋਠੀਆਂ ਨੇ, ਪ੍ਰੋਪਰਟੀ। ਸਾਨੂੰ ਬੇਘਰਾ, ਅਸੀਂ ਬੇਘਰੇ ਥੋੜੀ। ਤਾਂ ਬੇਘਰਾ ਬੰਦਾ ਕੌਣ? ਬੇਘਰਾ ਬੰਦਾ ਉਹ ਹੈ ਜਿਸ ਦਾ ਕੋਈ ਉੱਚਾ ਸੁੱਚਾ ਆਚਰਨ ਆਦਰਸ਼ ਨਹੀਂ ਹੈ, ਜਿਸ ਦਾ ਕੋਈ ਗੋਲ ਨਹੀਂ। ਜਿਵੇਂ ਕਮਲਾ ਬੰਦਾ ਸੜਕ ਤੇ ਫਿਰਦਾ ਨਾ, ਜਿਹੜਾ ਵਿਚਾਰਾ ਪਾਗਲ ਹੋਏ, ਉਹਦਾ ਕੋਈ ਗੋਲ ਨਹੀਂ ਹੁੰਦਾ, ਉਹ ਫਿਰੀ ਜਾਂਦਾ, ਬੇਘਰਾ ਹੀ ਹੈ। ਹੁੰਦਿਆਂ ਹੋਇਆਂ ਵੀ ਘਰ ਉਹਨੂੰ ਕੋਈ ਲਾਭ ਨਹੀਂ ਹੈ। ਬੇਘਰੇ ਦਾ ਇੱਥੇ ਮਤਲਬ ਹੈ ਏਮਲੈਸ ਜ਼ਿੰਦਗੀ, ਜਿਹਦਾ ਸਚਿਆਰ ਹੋਣ ਦਾ ਏਮ ਨਹੀਂ ਹੈ, ਜਿਹਦਾ ਕੋਈ ਏਮ ਇਨਸਾਨੀਅਤ ਵਾਲਾ ਨਹੀਂ ਹੈ, ਜਾਂ ਹੋਰ ਜੀਵਨ ਦੇ ਅੰਦਰ ਕੋਈ ਗੋਲ ਨਹੀਂ। ਜਿਵੇਂ ਕੋਈ ਡਾਕਟਰ ਬਣਨਾ ਚਾਹੁੰਦਾ ਹੈ, ਕੋਈ ਇੰਜੀਨੀਅਰ, ਕੋਈ ਵਿਗਿਆਨਿਕ, ਕੋਈ ਮਨੋਵਿਗਿਆਨਿਕ, ਮਨੋਚਿਕਿਤਸਕ, ਜਾਂ ਲੋਕ ਭਲਾਈ ਦਾ ਕੋਈ ਕਰਮ ਕਰਨਾ ਚੰਗਾ, ਸੱਚ ਦੇ ਰਾਹਾਂ ਤੇ ਤੁਰਨ ਦਾ ਕੋਈ ਗੋਲ ਨਹੀਂ, ਉਹ ਬੰਦਾ ਏਮਲੈਸ ਹੀ ਹੈ। ਤੇ ਉਹ ਏਮਲੈਸ ਮੜੀ ਦੇ ਅੰਦਰ ਹੀ ਚਲਾ ਜਾਂਦਾ ਹੈ। ਏਮਲੈਸ ਜੋ ਜ਼ਿੰਦਗੀ ਹੈ, ਵਿਕਾਰਾਂ ਦੇ ਜੋ ਚਸਕੇ ਨੇ, ਉਹ ਬੰਦੇ ਨੂੰ ਆਤਮਕ ਮੌਤੇ ਮਾਰ ਦਿੰਦੇ, ਤੇ ਆਖਿਰ ਬੰਦੇ ਨੂੰ ਆਤਮਕ ਮੌਤੇ ਹੀ ਮਰ ਜਾਣਾ ਪੈਂਦਾ। ਜਿਹੜੇ ਬੰਦੇ ਦਾ ਕੋਈ ਉੱਚਾ ਸੁੱਚਾ ਗੋਲ ਨਹੀਂ, ਜਿਹਦਾ ਆਪਣਾ ਏਮ ਨਹੀਂ ਸਚਿਆਰ ਹੋਣ ਦਾ, ਮਨ ਬਚਨ ਕਰਮ ਕਰਕੇ ਗੁਨਾਹ ਦੇ ਨਾਲ ਜੁੜਨ ਦਾ, ਉਹ ਬੇਘਰਾ ਹੀ ਹੈ। ਤੇ ਉਹਨੂੰ ਹਮੇਸ਼ਾ ਮੌਤ ਹੀ ਆਵਾਜ਼ਾਂ ਮਾਰਦੀ ਹੈ, ਤੇ ਉਹਨੂੰ ਉਹ ਮੌਤ ਕਹਿੰਦੀ ਵੀ ਜੇ ਤੂੰ ਐਸੇ ਕਰਮ ਹੀ ਕਰਦਾ ਰਹੇਗਾ ਤੇ ਸਰ ਪਰ ਤੂੰ ਮੇਰੇ ਵਿੱਚ ਹੀ ਆ ਜਾਣਾ ਹੈ। ਯਾਨੀ ਉਹਦੀ ਆਤਮਕ ਮੌਤ ਨਿਸ਼ਚਿਤ ਹੈ। ਤਾਂ ਇੱਥੇ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਜਿਹੜੀਆਂ ਨੇ ਮੜੀਆਂ ਆਵਾਜ਼ਾਂ ਮਾਰ ਰਹੀਆਂ ਨੇ ਕਿ ਬੇਘਰੇ ਜੀਵ ਤੂੰ ਮੇਰੇ ਕੋਲ ਹੀ ਆਉਣਾ ਹੈ, ਆਖਿਰ ਤੈਨੂੰ ਮਰਨਾ ਪੈਣਾ ਹੈ, ਤੇਰਾ ਸੰਸਕਾਰ ਲੱਕੜੀਆਂ ਨਾਲ ਹੋਏਗਾ, ਜਾਂ ਤੈਨੂੰ ਕੋਈ ਦਬਾਏਗਾ, ਜਾਂ ਡੱਬੇ ਦੇ ਵਿੱਚ ਪੈ ਕੇ ਬਟਨ ਤੇਰਾ ਦਬਾ ਦਿੱਤਾ ਜਾਏਗਾ। ਇਹ ਸੱਚਾਈ ਹੈ, ਹੋਣਾ ਹੀ ਹੋਣਾ। ਇਸ ਲਈ ਮੌਤ ਤੋਂ ਨਾ ਡਰ, ਮੌਤ ਇੱਕ ਅਟਲ ਸੱਚਾਈ ਹੈ, ਸਰੀਰਕ ਮੌਤ। ਹੁਣ ਇੱਥੇ ਗੱਲ ਡਰਾਇਆ ਨਹੀਂ ਜਾ ਰਿਹਾ, ਇੱਥੇ ਸਾਨੂੰ ਗੋਲ ਦਿੱਤਾ ਜਾ ਰਿਹਾ ਹੈ ਕਿ ਜਦੋਂ ਮਰ ਹੀ ਜਾਣਾ ਹੈ ਤਾਂ ਫਿਰ ਜਿਉਂਦੇ ਤੇ ਨਾ ਮਰੋ, ਆਤਮਕ ਮੌਤ ਤੇ ਨਾ ਮਰੋ। ਇਹ ਜਿੰਨਾ ਸਮਾਂ ਮਿਲਿਆ ਹੈ ਇਹਦਾ ਸਹੀ ਯੂਜ਼ ਕਰੋ, ਇਹਦੀ ਸਹੀ ਵਰਤੋਂ ਕਰੋ, ਆਪਣੀ ਚੰਗੀ ਕਿਰਤ ਕਰੋ, ਆਪਣੇ ਪਰਿਵਾਰ ਨੂੰ ਚੰਗਾ ਬਣਾਓ, ਬੱਚਿਆਂ ਨੂੰ ਪੜ੍ਹਾਓ। ਇਸ ਤੋਂ ਇਲਾਵਾ ਸਮਾਜ ਦੇ ਅੰਦਰ ਜੇ ਕਿਸੇ ਦਾ ਸਹਿਯੋਗ ਕਰ ਸਕਦੇ ਹੋ ਤਾਂ ਉਹ ਸਹਿਯੋਗ ਕਰੋ, ਯਾਨੀ ਚੰਗੀ ਜ਼ਿੰਦਗੀ ਜੀਵੋ। ਜੀਵਨ ਸੀਮਤ ਹੈ, ਇਹਨੂੰ ਵਿਸ਼ੇ ਵਿਕਾਰਾਂ ਵਿੱਚ ਨਾ ਗਵਾਓ। ਇੰਨੀ ਲੋਇਣੀ ਦੇਖਦਿਆਂ ਕੇਤੀ ਚੱਲ ਗਈ, ਫਰੀਦਾ ਲੋਕਾਂ ਆਪੋ ਆਪਣੀ, ਮੈਂ ਆਪਣੀ ਪਈ। ਇੰਨੀ ਲੋਇਣੀ ਦੇਖਦਿਆਂ, ਲੋਇਣੀ ਦਾ ਮਤਲਬ ਅੱਖਾਂ ਦੇ ਨਾਲ, ਲੋਇਣੀ ਕਹਿੰਦੇ ਨੇ ਅੱਖਾਂ ਨੂੰ, ਲੋਇਣੀ ਦਾ ਮਤਲਬ ਅੱਖਾਂ ਨਾਲ, ਦੇਖਦਿਆਂ ਦਾ ਮਤਲਬ ਵੇਖਦਿਆਂ ਵੇਖਦਿਆਂ, ਕੇਤੀ ਦਾ ਮਤਲਬ ਕਿਤਨੀ ਹੀ ਖਲਕਤ, ਚੱਲ ਗਈ ਦਾ ਮਤਲਬ ਚਲੀ ਗਈ, ਕਿੰਨੇ ਹੀ ਲੋਕ ਮਰ ਗਏ। ਬਾਬਾ ਫਰੀਦ ਜੀ ਕਹਿੰਦੇ ਨੇ ਇਹਨਾਂ ਅੱਖਾਂ ਦੇ ਨਾਲ ਵੇਖਦਿਆਂ, ਯਾਨੀ ਮੇਰੀਆਂ ਅੱਖਾਂ ਦੇ ਸਾਹਮਣੇ
कितनी खलकत चली गई, कितने लोग मर गए। और हकीकत है, देखो, ਜੇ ਅਸੀਂ ਆਪਣੇ ਰਿਸ਼ਤੇਦਾਰਾਂ, ਭੈਣਾਂ ਭਰਾਵਾਂ, ਸੱਜਣਾ ਮਿੱਤਰਾਂ ਵੱਲ ਝਾਤ ਮਾਰੀਏ ਤਾਂ ਸਾਡੇ ਕਿੰਨੇ ਸੱਜਣ ਮਿੱਤਰ, ਮਾਂ-ਬਾਪ, ਭੈਣ ਭਰਾ ਜਾਂ ਹੋਰ ਰਿਸ਼ਤੇਦਾਰ ਸਾਡੇ ਵੇਖਦਿਆਂ ਚਲੇ ਗਏ ਨਾ। ਆਂਢੀ ਗੁਆਂਢੀ, ਕਿੰਨੀਆਂ ਸਾਰੀਆਂ ਮੌਤਾਂ ਹੋ ਜਾਂਦੀਆਂ ਨੇ। ਭੂਚਾਲ ਆ ਗਿਆ, ਸੁਨਾਮੀ ਵਿੱਚ ਕਿੰਨੀਆਂ ਸਾਰੀਆਂ ਮੌਤਾਂ ਹੋ ਗਈਆਂ। ਹੁਣ ਕਰੋਨਾ ਕਾਲ ਹੈ ਤਾਂ ਸਾਡੇ ਕਿੰਨੇ ਪਿਆਰੇ ਸੱਜਣ ਕਰੋਨਾ ਦੀ ਭੇਟ ਚੜ੍ਹ ਗਏ। ਯਾਨੀ ਕਿਸੇ ਵੀ ਢੰਗ ਦੇ ਨਾਲ ਮੌਤ ਕਿਸੇ ਦੀ ਹੋ ਗਈ, ਕਿੰਨੇ ਲੋਕ ਚਲੇ ਗਏ। ਯਾਨੀ ਮੌਤ ਨਿਸ਼ਚਿਤ ਹੈ, ਲੋਕ ਸਰੀਰਕ ਤੌਰ ਤੇ ਮਰ ਰਹੇ ਨੇ। ਫਰੀਦਾ ਲੋਕਾਂ ਆਪੋ ਆਪਣੀ, ਹੁਣ ਇਸ ਦੁਨੀਆ ਨੂੰ ਤੁਰੀ ਜਾਂਦਿਆਂ ਵੇਖ ਕੇ ਵੀ ਕਿ ਸਾਡੇ ਸੱਜਣ ਮਿੱਤਰ ਬਹੁਤ ਸਾਰੇ ਚਲੇ ਗਏ, ਮਾਂ-ਬਾਪ ਚਲੇ ਗਏ, ਇੱਕ ਦਿਨ ਮੈਂ ਵੀ ਚਲੇ ਜਾਣਾ। ਬੰਦੇ ਦੇ ਅੰਦਰ ਇਹ ਵਿਚਾਰ ਆਉਂਦਾ ਹੀ ਨਹੀਂ ਕਿ ਮੈਂ ਵੀ ਇੱਕ ਦਿਨ ਮਰ ਜਾਣਾ ਹੈ। ਲੋਕਾਂ ਨੂੰ ਮਰਦਿਆਂ ਵੇਖ ਕੇ ਵੀ ਲੋਕਾਂ ਆਪੋ ਆਪਣੀ, ਸਾਰਿਆਂ ਨੂੰ ਆਪੋ ਆਪਣਾ ਸਵਾਰਥ ਹੀ ਪਿਆ ਹੋਇਆ ਹੈ। ਸਾਰੇ ਕਾਵਾਂ ਦੇ ਠੂੰਗੇ ਹੀ ਖਾਈ ਜਾ ਰਹੇ ਨੇ। ਸਾਰਿਆਂ ਨੂੰ ਆਪੋ ਤਾਪ ਪਈ ਹੋਈ ਹੈ ਕਿ ਜਿਵੇਂ ਅਸੀਂ ਇੱਥੇ ਸਾਰੀ ਜ਼ਿੰਦਗੀ ਜੀਣਾ ਹੈ, ਮਰਨ ਵਾਲੇ ਮਰ ਗਏ। ਗੁਰਬਾਣੀ ਵਿੱਚ ਇੱਕ ਬੜਾ ਪਿਆਰਾ ਸ਼ਬਦ ਸਾਡੇ ਵਾਸਤੇ ਗੁਰੂ ਜੀ ਨੇ ਬਚਨ ਕੀਤਾ ਹੈ। ਉਹ ਕਹਿੰਦੇ ਨੇ ਕਿ ਅਗਲੇ ਮੂਏ ਸੇ ਪਾਛੇ ਪਰੇ। ਅਗਲੇ ਮੂਏ ਦਾ ਮਤਲਬ ਜੋ ਸਾਡੇ ਤੋਂ ਪਹਿਲਾਂ ਮਰ ਗਏ ਨੇ, ਪਾਛੇ ਪਰੇ ਦਾ ਮਤਲਬ ਉਹਨਾਂ ਨੂੰ ਭੁਲਾ ਦਿੱਤਾ ਗਿਆ ਹੈ। ਹੁਣ ਸਾਡੇ ਦਾਦੇ ਦਾਦੀ, ਚਾਚੇ ਤਾਏ ਜਾਂ ਜੋ ਵੀ ਮਾਂ-ਬਾਪ ਜੋ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ, ਭੁੱਲ ਹੀ ਗਏ ਨੇ, ਕਦੇ ਕਦਾਈ ਉਹਨਾਂ ਨੂੰ ਯਾਦ ਕਰ ਲਈਦਾ। ਭੁੱਲ ਹੀ ਗਏ ਨਾ, ਪਿੱਛੇ ਪਾ ਦਿੱਤਾ ਪਿਓ ਤੇ ਮਰ ਗਏ ਨੇ। ਅਗਲੇ ਮੂਏ ਸੇ ਪਾਛੇ ਪਰੇ, ਜੋ ਪਹਿਲੋਂ ਮਰ ਗਏ ਨੇ ਉਹਨਾਂ ਨੂੰ ਭੁਲਾ ਦਿੱਤਾ ਗਿਆ ਹੈ। ਜੋ ਉਬਰੇ ਸੇ ਬੰਧ ਲੱਕ ਖਰੇ, ਜਿਹੜੇ ਬੱਚੇ ਨੇ ਉਹ ਲੱਕ ਬੰਨ ਕੇ ਖੜੇ ਨੇ, ਕਮਰ ਕੱਸੇ ਕਰਕੇ ਕਿ ਸ਼ਾਇਦ ਅਸੀਂ ਨਹੀਂ ਮਰਾਂਗੇ, ਅਸੀਂ ਇਸ ਦੁਨੀਆ ਤੇ ਸਦਾ ਰਵਾਂਗੇ। ਜਿਹੇ ਧੰਦੇ ਮੈਂ ਉਹ ਲਪਟਾਏ, ਜਿਨ੍ਹਾਂ ਕਜੀਆਂ ਦੇ ਅੰਦਰ, ਧੰਦਿਆਂ ਦੇ ਅੰਦਰ, 2 ਨੰਬਰ ਦੇ ਧੰਦਿਆਂ ਵਿੱਚ, ਵਿਸ਼ੇ ਵਿਕਾਰਾਂ ਵਿੱਚ, ਤਲੀਆਂ ਖੂੰਡੇ ਕਾਗ ਵਾਲੇ ਚੱਕਰਾਂ ਵਿੱਚ ਉਹ ਪਏ ਹੋਏ ਸਨ। ਉਨ ਤੇ ਦੁਗਣ ਦਿੜੀ ਉਨਮਾਏ, ਜਿਹੜੇ ਬੱਚੇ ਨੇ ਉਹਨਾਂ ਨਾਲੋਂ ਦੁਗਣੇ ਜੋਸ਼ ਦੇ ਨਾਲ ਮਾਇਆ ਵਾਲੀ ਸੋਚ ਵਿੱਚ ਫਸੇ ਹੋਏ ਨੇ। ਤਾਂ ਬਾਬਾ ਫਰੀਦ ਜੀ ਕਹਿ ਰਹੇ ਨੇ, ਫਰੀਦਾ ਲੋਕਾਂ ਆਪੋ ਆਪਣੀ, ਹਰ ਇੱਕ ਨੂੰ ਆਪਣਾ ਆਪ ਦਿਸ ਰਿਹਾ ਹੈ, ਆਪੋ ਤਾਪ ਦਿਸ ਰਹੀ। ਦੂਜੇ ਦੇ ਸੁੱਖ ਦੇਖੋ ਨੂੰ ਕੋਈ ਦੇਖ ਨਹੀਂ ਰਿਹਾ, ਹਰ ਬੰਦਾ ਸਵਾਰਥੀ ਹੋ ਗਿਆ ਹੈ। ਤੇ ਬਾਬਾ ਫਰੀਦ ਜੀ ਕਹਿੰਦੇ ਨੇ, ਮੈਂ ਆਪਣੀ ਪਈ, ਜਿਵੇਂ ਲੋਕ ਸਵਾਰਥ ਵਿੱਚ ਫਸੇ ਨੇ, ਮੈਂ ਵੀ ਸਵਾਰਥ ਵਿੱਚ ਫਸਿਆ ਪਿਆ, ਮੈਨੂੰ ਆਪਣੀ ਪਈ ਹੋਈ ਹੈ, ਮੈਨੂੰ ਆਪਣੀ ਪਈ ਹੋਈ। ਯਾਨੀ ਦੁਨੀਆ ਦੇ ਅੰਦਰ ਮਰਦੇ ਹੋਏ ਲੋਕਾਂ ਨੂੰ ਵੇਖ ਕੇ ਵੀ ਬੰਦੇ ਦੇ ਅੰਦਰ ਇਹ ਕਦੇ ਵਿਚਾਰ ਨਹੀਂ ਆਉਂਦੀ ਕਿ ਮੈਂ ਵੀ ਇੱਕ ਦਿਨ ਚਲੇ ਜਾਣਾ ਹੈ। ਤਾਂ ਫਿਰ ਠੱਗੀਆਂ ਕਿਉਂ, ਲਾਲਚ ਕਿਉਂ, ਅਪਰਾਧ ਕਿਉਂ, ਵੈਰ ਵਿਰੋਧ ਕਿਉਂ? ਮੈਂ ਇਹ ਵਿਸ਼ੇ ਵਿਕਾਰ ਨਾ ਕਮਾਵਾਂ, ਮੈਂ ਆਪੋ ਤਾਪ ਦੇ ਵਿੱਚ ਨਾ ਫਸਾਂ, ਸਗੋਂ ਮੈਂ ਸ਼ੁਭ ਗੁਣਾਂ ਦੇ ਨਾਲ ਜੁੜਨ ਦਾ ਯਤਨ ਕਰਾਂ। ਤਾਂ ਬਾਬਾ ਫਰੀਦ ਜੀ ਸਾਨੂੰ ਇੱਥੇ ਸਮਝਾ ਰਹੇ ਨੇ ਕਿ ਆਮ ਜੋ ਬੰਦਾ ਹੈ ਉਹ ਆਪੋ ਤਾਪ ਦੇ ਵਿੱਚ ਹੀ ਪਿਆ ਹੋਇਆ ਹੈ, ਸਵਾਰਥ ਦੇ ਵਿੱਚ ਪਿਆ ਹੋਇਆ ਹੈ, ਵਿਸ਼ੇ ਵਿਕਾਰਾਂ ਵਿੱਚ ਪਿਆ ਹੋਇਆ ਹੈ। ਤਲੀਆਂ ਖੂੰਡੇ ਕਾਗ, ਜੋ ਵਿਕਾਰ ਨੇ ਉਹਨੂੰ, ਬੰਦੇ ਨੂੰ ਪਿੰਜਰਾ ਬਣਾ ਦਿੱਤਾ ਹੈ, ਲੇਕਿਨ ਫਿਰ ਵੀ ਇਸ ਸੱਚ ਦੇ ਨਾਲ ਨਹੀਂ ਜੁੜਿਆ। ਇਸ ਆਪੋ ਤਾਪ ਦੇ ਅੰਦਰ ਹੀ ਬੰਦਾ ਆਤਮਿਕ ਮੌਤ ਤੇ ਮਰਦਾ ਜਾ ਰਿਹਾ ਹੈ। ਤਾਂ ਇਧਰੋਂ ਸਾਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ। ਹੁਣ ਸਾਨੂੰ ਸਾਧਨ ਦੱਸ ਰਹੇ ਨੇ ਰੱਬ ਦੇ ਮਿਲਾਪ ਦਾ। ਰੱਬ ਦੇ ਨਾਲ ਕਿਵੇਂ ਮਿਲਿਆ ਜਾ ਸਕਦਾ ਹੈ? ਕਿਉਂਕਿ ਇਹ ਪਹਿਲੀ ਗੱਲ ਤਾਂ ਸਾਡਾ ਸਵਾਲ ਹੀ ਜਿਹੜਾ ਹੈ ਉਹ ਗਲਤ ਹੈ ਕਿ ਮੈਂ ਰੱਬ ਦੇ ਨਾਲ ਕਿਵੇਂ ਮਿਲਾਂ। ਰੱਬ ਦੇ ਨਾਲ ਮਿਲਣ ਦਾ ਮੈਨੂੰ ਢੰਗ ਦੱਸੋ ਕਿ ਮੈਂ ਰੱਬ ਦੇ ਨਾਲ ਕਿਵੇਂ ਮਿਲਾਂ। ਹੁਣ ਰੱਬ ਦੇ ਨਾਲ ਮਿਲਣ ਦੇ ਜਿਹੜੇ ਸਾਡੇ ਯਤਨ ਨੇ ਧਰਮ ਦੀ ਦੁਨੀਆ ਵਿੱਚ ਜੋ ਸਾਨੂੰ ਦੱਸੇ ਗਏ ਕਿ ਪਾਠ ਪੂਜਾ ਕਰੋ, ਤਾਂ ਆਮ ਜੋ ਲੋਕ ਨੇ, ਮੈਂ ਇਕੱਲੇ ਸਿੱਖਾਂ ਦੀ ਗੱਲ ਨਹੀਂ ਕਰਦਾ, ਹਰ ਧਰਮ ਦਾ ਬੰਦਾ ਆਪੋ ਆਪਣੇ ਧਰਮ ਦੇ ਨਿਯਮਾਂ ਮੁਤਾਬਕ ਪਾਠ ਪੂਜਾ ਕਰ ਰਿਹਾ ਹੈ। ਕਿਹਾ ਜਾਂਦਾ ਹੈ ਕਿ ਦਾਨ ਪੁੰਨ ਕਰੋ, ਲੋਕ ਦਾਨ ਪੁੰਨ ਵੀ ਕਰ ਰਹੇ ਨੇ, ਲੋਕ ਤੀਰਥਾਂ ਤੇ ਵੀ ਨਹਾ ਰਹੇ ਨੇ, ਲੋਕ ਸਮਾਧੀਆਂ ਵੀ ਲਾ ਰਹੇ ਨੇ, ਜਪ ਤਪ ਸੰਜਮ ਵੀ ਸਾਧ ਰਹੇ ਨੇ। ਇੱਥੇ ਕਰੀਬ ਕਰੀਬ 71 ਲੱਖ ਤੇ 72 ਲੱਖ ਤੇ 65 ਕੁ ਹਜ਼ਾਰ ਬਾਬਾ ਹੈ ਇੰਡੀਆ ਦੇ ਅੰਦਰ।
71 ਕੁ ਲੱਖ ਹਿੰਦੂ ਵੀਰਾਂ ਦੇ ਸੰਤ ਬਾਬੇ ਨੇ, 1,65,70,000 ਸਿੱਖਾਂ ਦੇ ਨੇ। ਕੁੱਲ ਮਿਲਾ ਕੇ ਇਹ 20 ਕੁ ਸਾਲ ਪਹਿਲਾਂ ਦੀ ਗਿਣਤੀ ਹੈ। 72,65,70,000 ਬਾਬੇ ਸੰਤ ਜਿਹੜੇ ਨੇ ਜੋ ਗ੍ਰਸਤ ਨੂੰ ਤਿਆਗ ਗਏ ਨੇ। ਲੇਕਿਨ ਕੀ ਉਹਨਾਂ ਨੂੰ ਉਹ ਤਿਆਗ ਦੇ ਨਾਲ ਰੱਬ ਮਿਲ ਗਿਆ? 72,65,000 ਨੂੰ ਜੇ ਰੱਬ ਮਿਲ ਗਿਆ ਹੋਵੇ ਤਾਂ ਇੰਡੀਆ ਤਾਂ ਸਵਰਗ ਬਣ ਜਾਏ। ਉਹ ਕਰਮ ਕਰਕੇ ਵੇਖ ਲਿਆ, ਤਿਆਗ ਕਰਕੇ ਰੱਬ ਨਹੀਂ ਮਿਲਿਆ। ਤਾਂ ਬਾਬਾ ਫਰੀਦ ਜੀ ਇੱਥੇ ਸਾਨੂੰ ਰੱਬ ਦੇ ਮਿਲਾਪ ਦਾ ਸਾਧਨ ਦੱਸ ਰਿਹਾ। ਹੁਣ ਰੱਬ ਦੇ ਨਾਲ ਮਿਲਣਾ ਹੈ, ਸਭ ਤੋਂ ਪਹਿਲੀ ਗੱਲ ਕਿ ਮੈਂ ਰੱਬ ਦੇ ਨਾਲ ਕਿਵੇਂ ਮਿਲਾਂ, ਇਹ ਮੇਰੇ ਖਿਆਲ ਦੇ ਅੰਦਰ ਸਵਾਲ ਹੀ ਗਲਤ ਹੈ। ਜੇ ਕੋਈ ਸਵਾਲ ਇਹ ਕਰੇ ਕਿ ਮੈਂ ਰੱਬ ਤੋਂ ਵਿਛੜਾਂ ਕਿਵੇਂ, ਦੂਰ ਜਾਵਾਂ, ਇਹ ਤਾਂ ਗੱਲ ਬਣਦੀ। ਰੱਬ ਤਾਂ ਹਰ ਥਾਂ ਤੇ ਹੈ, ਰੱਬ ਤੋਂ ਦੂਰ ਕਿਵੇਂ ਜਾਓ? ਤਾਂ ਇੱਥੇ ਬਾਬਾ ਫਰੀਦ ਜੀ ਸਾਨੂੰ ਸਮਝਾ ਰਹੇ ਨੇ ਕਿ ਰੱਬ ਜੀ ਆਪ ਕਹਿ ਰਹੇ ਨੇ, ਰੱਬ ਜੀ ਦੇ ਮੂੰਹ ਚੋਂ ਅਖਵਾ ਰਹੇ ਨੇ ਇਹ ਬਚਨ। ਬਾਬਾ ਫਰੀਦ ਜੀ ਰੱਬ ਦੇ ਮੂੰਹ ਅਖਵਾ ਰਹੇ ਨੇ ਬੰਦੇ ਨੂੰ ਕਿ ਬੰਦਿਆ, ਤੂੰ ਮੇਰੇ ਨਾਲ ਮਿਲਣ ਦੇ ਸਾਰੇ ਯਤਨ ਛੱਡ ਦੇ। ਮੇਰੇ ਨਾਲ ਮਿਲਣ ਦਾ ਕੋਈ ਯਤਨ ਨਾ ਕਰ। ਤੇਰੇ ਯਤਨ ਤੈਨੂੰ ਮੇਰੇ ਤੱਕ ਨਹੀਂ ਪਹੁੰਚਾ ਸਕਣਗੇ। ਔਰ ਉਹ ਯਤਨ ਕਰਕੇ ਵੇਖ ਲੈ ਗਏ ਨੇ, ਪਰਖ ਲੈ ਗਏ ਨੇ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੋਂਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਬੰਧੇ। ਪਿਆਰੇ ਇਨ ਬਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਇਹ ਸਾਰੇ ਕਰਮ ਕਰਕੇ ਵੇਖ ਲੈ। ਤੇਰਾ ਕੋਈ ਤੀਰਥ ਇਸ਼ਨਾਨ, ਤੇਰਾ ਕੋਈ ਦਾਨ ਪੁੰਨ, ਤੇਰੇ ਇਹੋ ਜਿਹੇ ਕਰਮ ਮੇਰੇ ਨਾਲ ਨਹੀਂ ਮਿਲਾ ਸਕਣਗੇ। ਇਸ ਲਈ ਰੱਬ ਕਹਿ ਰਿਹਾ ਹੈ ਕਿ ਮੇਰੇ ਨਾਲ ਮਿਲਣ ਵਾਲੇ ਸਾਰੇ ਕੰਮ ਬੰਦ ਕਰ। ਜੇ ਤੂੰ ਮੇਰੇ ਨਾਲ ਮਿਲਣਾ ਚਾਹੁੰਦਾ ਹੈ, ਪਹਿਲਾਂ ਜਿਹੜੇ ਕਰਮ ਕਰ ਰਿਹਾ ਹੈ ਮੇਰੇ ਨਾਲ ਮਿਲਣ ਵਾਲੇ, ਉਹ ਸਾਰੇ ਬੰਦ ਕਰ। ਤੇ ਬੰਦਾ ਕਹਿੰਦਾ ਰੱਬਾ ਫਿਰ ਮੈਂ ਕੰਮ ਬੰਦ ਕਰ ਦਿਆਂਗਾ ਤਾਂ ਤੇਰੇ ਨਾਲ ਮਿਲਾਂਗਾ ਕਿਵੇਂ, ਮੇਰਾ ਮਿਲਾਪ ਕਿਵੇਂ ਹੋਏਗਾ? ਤਾਂ ਬਾਬਾ ਫਰੀਦ ਜੀ ਕਹਿ ਰਹੇ ਨੇ, ਰੱਬ ਜੀ ਸਾਨੂੰ ਸਮਝਾ ਰਹੇ ਨੇ, ਆਪ ਸਵਾਰ ਹੈ ਮੈਂ ਮਿਲੇ। ਤੂੰ ਯਤਨ ਆਪਣੇ ਆਪ ਨੂੰ ਸਵਾਰਨ ਵਿੱਚ ਕਰ। ਜਿਹੜੇ ਯਤਨ ਆ ਤੂੰ ਕਰ ਰਿਹਾ ਨਾ, ਵਿਖਾਵੇ ਦੇ ਪਾਠ ਪੂਜਾ, ਵਿਖਾਵੇ ਦੀਆਂ ਸਮਾਧੀਆਂ, ਤੀਰਥ ਇਸ਼ਨਾਨ, ਜਪ ਤਪ ਸੰਜਮ, ਇਹ ਵਿਖਾਵੇ ਦੇ ਕਰਮ, ਵਰਤਨ ਰਾਤੇ ਸਰਾਧ ਵਗੈਰਾ ਬੰਦ ਕਰ ਦੇ। ਇਹਨਾਂ ਨਾਲ ਤੇਰਾ ਰੱਬ ਨਾਲ ਮਿਲਾਪ ਨਹੀਂ ਹੋਣਾ। ਜਿਹੜਾ ਟਾਈਮ ਤੂੰ ਇਧਰ ਲਾ ਰਿਹਾ ਨਾ, ਵੇਸਟ ਕਰ ਰਿਹਾ ਹੈ, ਜਿੰਨੀ ਐਨਰਜੀ ਤੂੰ ਇਹਨਾਂ ਕੰਮਾਂ ਤੇ ਲਗਾ ਰਿਹਾ ਹੈ, ਉਹ ਐਨਰਜੀ ਆਪਣੇ ਆਪ ਨੂੰ ਸਵਾਰਨ ਤੇ ਲਗਾ। ਆਪ ਸਵਾਰੇ। ਜੇ ਤੂੰ ਆਪਣੇ ਆਪ ਨੂੰ ਸਵਾਰ ਲਵੇਂ, ਮੈਂ ਮਿਲੇ, ਤਾਂ ਤੂੰ ਮੈਨੂੰ ਮਿਲ ਪਵੇਂਗਾ। ਜਿਸ ਦਿਨ ਤੂੰ ਆਪਣੇ ਆਪ ਨੂੰ ਸਵਾਰ ਲਿਆ, ਉਸ ਦਿਨ ਸਮਝ ਲਈ ਤੂੰ ਮੈਨੂੰ ਮਿਲ ਪਿਆ ਹੈ, ਮੈਂ ਤੈਨੂੰ ਆਪ ਮਿਲਾ। ਆਪਣੇ ਆਪ ਨੂੰ ਸਵਾਰਨਾ ਹੈ, ਆਪਣੀ ਮੈਂਟੈਲਿਟੀ, ਆਪਣੀ ਸੋਚ ਨੂੰ ਸਵਾਰਨਾ ਹੈ, ਸੋਚ ਨੂੰ ਵਿਸ਼ਾਲ ਬਣਾਉਣਾ ਹੈ। ਆਪਣੇ ਬੋਲਾਂ ਨੂੰ ਸਵਾਰਨਾ ਹੈ, ਬੋਲਾਂ ਨੂੰ, ਬੋਲਾਂ ਵਿੱਚ ਪੋਜ਼ਿਟਿਵਿਟੀ, ਬੋਲਾਂ ਵਿੱਚ ਨਿਮਰਤਾ, ਬੋਲਾਂ ਦੇ ਅੰਦਰ ਮਿਠਾਸ ਪੈਦਾ ਕਰਨੀ ਹੈ, ਬੋਲਾਂ ਅੰਦਰ ਸਕਾਰਾਤਮਕਤਾ ਪੈਦਾ ਕਰਨੀ ਹੈ। ਆਪਣਾ ਬਿਹੇਵੀਅਰ ਸੁਧਾਰਨਾ ਹੈ, ਆਪਣੇ ਬਿਹੇਵੀਅਰ ਨੂੰ ਸਵਾਰਨਾ ਹੈ। ਦੇਖੋ, ਡਾਕਟਰ ਲੋਕ ਤੰਦਰੁਸਤ ਉਸ ਬੰਦੇ ਨੂੰ ਕਹਿੰਦੇ ਨੇ ਜਿਹਨੂੰ ਕੋਈ ਮਾਨਸਿਕ ਬਿਮਾਰੀ ਨਾ ਹੋਵੇ, ਡਿਪਰੈਸ਼ਨ ਵਗੈਰਾ, ਜਿਹਨੂੰ ਕੋਈ ਸਰੀਰਕ ਬਿਮਾਰੀ ਵੀ ਨਾ ਹੋਵੇ, ਉਹਨੂੰ ਤੰਦਰੁਸਤ ਕਹਿੰਦੇ ਨੇ। ਪਰ ਜੇ ਕਿਸੇ ਨੂੰ ਮਾਨਸਿਕ ਬਿਮਾਰੀ ਵੀ ਨਹੀਂ, ਸਰੀਰਕ ਰੋਗ ਵੀ ਨਹੀਂ, ਤੇ ਜੇ ਉਹਦਾ ਬਿਹੇਵੀਅਰ ਠੀਕ ਨਹੀਂ ਹੈ ਨਾ, ਮਿਲਵਰਤਨ ਠੀਕ ਨਹੀਂ, ਉਹਦਾ ਮੇਲ ਮਿਲਾਪ, ਤਾਂ ਡਾਕਟਰ ਲੋਕ ਉਹਨੂੰ ਬਿਮਾਰ ਸਮਝਦੇ ਨੇ। ਆਉਣ ਵਾਲੇ ਸਮੇਂ ਦੇ ਅੰਦਰ ਜਿਹੜੇ ਲੋਕਾਂ ਨੂੰ ਜੇਲ੍ਹਾਂ ਵਿੱਚ ਭੇਜਿਆ ਜਾਂਦਾ ਹੈ ਨਾ, ਆਉਣ ਵਾਲੇ ਸਮੇਂ ਦੇ ਅੰਦਰ ਜੇਲ੍ਹਾਂ ਦੀ ਬਜਾਏ ਹਸਪੀਟਲ ਹੋਣਗੇ। ਜਿਹੜੇ ਜੇਲ੍ਹ ਹੋਣਗੇ ਉਹ ਹਸਪਤਾਲ ਵਰਗੇ ਹੋਣਗੇ। ਉਹਨਾਂ ਨੂੰ ਉੱਥੇ ਭੇਜਿਆ ਜਾਏਗਾ, ਸਜ਼ਾ ਦੇ ਤੌਰ ਤੇ ਉਹਨਾਂ ਦਾ ਇਲਾਜ ਕੀਤਾ ਜਾਏਗਾ, ਕਿਉਂਕਿ ਬਹੁਤੇ ਮਾਨਸਿਕ ਰੋਗੀ ਨੇ, ਉਹਨਾਂ ਦਾ ਮਾਨਸਿਕ ਤੌਰ ਤੇ ਇਲਾਜ ਹੋਣਾ ਜ਼ਰੂਰੀ ਹੈ। ਜੇ ਬੰਦਾ ਮਾਨਸਿਕ ਤੌਰ ਤੇ ਠੀਕ ਹੋਏ ਨਾ, ਤਾਂ ਫਿਰ ਲੜਾਈ ਦੰਗੇ ਦੀ ਜ਼ਰੂਰਤ ਤਾਂ ਹੈ ਨਹੀਂ। ਸੱਚ ਦੇ ਨਾਲ ਬੰਦਾ ਜੁੜਿਆ ਹੋਏ, ਪਿਆਰ ਦੇ ਨਾਲ ਜੁੜਿਆ ਹੋਏ, ਤੇ ਅਸੀਂ ਲੜਨਾ ਕਿਉਂ ਹੈ? ਜਦੋਂ ਮਾਨਸਿਕ ਰੋਗ ਪੈਦਾ ਹੋ ਜਾਂਦੇ ਨੇ ਨਾ, ਕੋਈ ਪਰਸਨੈਲਿਟੀ ਡਿਸਆਰਡਰ ਆਦਿਕ, ਉਦੋਂ ਹੀ ਲੜਾਈਆਂ ਦੰਗੇ ਵਿਕਾਰ ਹੁੰਦੇ ਨੇ। ਇਸ ਲਈ ਸਾਈਕੋਲੋਜੀਕਲ ਇਫੈਕਟ ਨੇ। ਆਪਣੇ ਆਪ ਨੂੰ ਸਵਾਰਨਾ ਹੈ, ਇਹੀ ਭਗਤੀ ਹੈ। ਜਦੋਂ ਅਸੀਂ ਗੁਰਬਾਣੀ ਨੂੰ ਆਦਿ ਤੋਂ ਲੈ ਕੇ ਅੰਤ ਤੱਕ ਪੜ੍ਹਦੇ ਹਾਂ, ਤਾਂ ਇੱਕ ਗੱਲ ਤੁਹਾਨੂੰ ਕਾਮਨ ਦਿਸੇਗੀ ਹਰ ਸ਼ਬਦ ਦੇ ਅੰਦਰ, ਕਿ ਔਗਣਾਂ ਦਾ ਤਿਆਗ ਕਰੋ ਤੇ ਗੁਣਾਂ ਦੇ ਧਾਰਨੀ ਹੋ। ਝੂਠ ਨੂੰ ਛੱਡੋ, ਸੱਚ ਦੇ ਨਾਲ ਜੁੜੋ। ਬੁਰੇ ਕਰਮ ਛੱਡੋ, ਚੰਗੇ ਕਰਮ ਕਰੋ।
ਰੱਬੀ ਰਜਾ ਵਿੱਚ ਤੁਰੋ, ਗੁਣਾਂ ਦੇ ਧਾਰਨੀ ਹੋਵੋ, ਅਵਗੁਣ ਛੋੜ ਗੁਣਾਂ ਕੋ ਧਾਵੋ, ਕਰ ਅਵਗੁਣ ਪਛਤਾਹੀ ਜੀਓ। ਹਰ ਸ਼ਬਦ ਦੇ ਅੰਦਰ ਤੁਹਾਨੂੰ ਇਹ ਪ੍ਰੇਰਨਾ ਮਿਲੇਗੀ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ, ਆਪ ਸਵਾਰੇ ਮੈਂ ਮਿਲੇ। ਜੇ ਤੂੰ ਆਪਣੇ ਆਪ ਨੂੰ ਸਵਾਰ ਲਵੇਂ ਤਾਂ ਤੂੰ ਮੇਰੇ ਨਾਲ ਮਿਲ ਜਾਏਗਾ। ਜਿਸ ਦਿਨ ਤੂੰ ਆਪਣੇ ਆਪ ਨੂੰ ਸਵਾਰ ਲਿਆ, ਸਮਝ ਲਈ ਤੂੰ ਮੇਰੇ ਨਾਲ ਮਿਲ ਗਿਆ। ਇਸ ਲਈ ਜੋ ਆਪਣੀ એનર્ਜੀ ਵਿਸ਼ੇ ਵਿਕਾਰਾਂ ਤੇ ਕਰਮ ਕਾਂਡਾਂ ਵੱਲ ਖਰਚ ਕਰ ਰਿਹਾ ਹੈ, ਉਹ ਆਪਣੀ એનર્ਜੀ ਨੂੰ ਆਪਣੇ ਆਪ ਨੂੰ ਸਵਾਰਨ ਤੇ ਲਗਾ। ਆਪਣੀ ਬੋਲ ਬਾਣੀ ਪਰਖ। ਅੱਜ ਦੇ ਮਨੁੱਖ ਦਾ ਜੋ ਸਭ ਤੋਂ ਵੱਡਾ ਦੁਖਾਂਤ ਹੈ ਨਾ, ਇਹਨੂੰ ਇਹ ਨਹੀਂ ਪਤਾ ਕਿ ਮੈਂ ਮਾਨਸਿਕ ਤੌਰ ਤੇ ਕਿੱਥੇ ਖੜਾ। ਮੈਂ ਤੁਹਾਡੀ ਮਾਨਸਿਕਤਾ ਬਾਰੇ ਅੰਦਾਜ਼ੇ ਲਗਾਉਂਦਾ ਰਹਿੰਦਾ ਹਾਂ ਕਿ ਇਹ ਬੰਦੇ ਮਾੜੇ ਨੇ ਜਾਂ ਚੰਗੇ ਨੇ, ਜਾਂ ਇਹ ਹੈ ਜਾਂ ਇਹ ਹੈ। ਤੁਸੀਂ ਮੇਰੀ ਮਾਨਸਿਕਤਾ ਬਾਰੇ ਅੰਦਾਜ਼ੇ ਲਗਾਉਂਦੇ ਰਹਿੰਦੇ ਹੋ ਕਿ ਭਾਈ ਚੰਗਾ ਜਾਂ ਮਾੜਾ ਕਿਸ ਤਰ੍ਹਾਂ ਹੈ। ਦੂਜਿਆਂ ਦੀ ਮਾਨਸਿਕਤਾ ਨੂੰ ਬੰਦਾ ਵੇਖਦਾ ਹੈ, ਪਰ ਇਹਨੂੰ ਆਪਣੀ ਮਾਨਸਿਕਤਾ ਦਾ ਨਹੀਂ ਪਤਾ ਕਿ ਮਾਨਸਿਕ ਤੌਰ ਤੇ ਮੈਂ ਕਿੱਥੇ ਖੜਾ ਹਾਂ, ਮੇਰੀ ਸੋਚ ਕਿੱਥੇ ਖੜੀ, ਕਿੰਨੀ ਕੁ ਉੱਚੀ ਮੇਰੀ ਸੋਚ ਹੈ, ਕਿੰਨੀ ਨੀਵੀਂ ਮੇਰੀ ਸੋਚ ਹੈ ਜਾਂ ਉੱਚੀ ਹੈ। ਬੰਦੇ ਨੂੰ ਇਸ ਬਾਰੇ ਪਤਾ ਨਹੀਂ ਹੈ। ਕਰੀਬ 98-99% ਲੋਕ ਇਸ ਗੱਲ ਤੋਂ ਅਣਜਾਣ ਨੇ ਕਿ ਉਹ ਮਾਨਸਿਕ ਤੌਰ ਤੇ ਕਿੱਥੇ ਖੜੇ ਨੇ। ਉਹਨਾਂ ਨੂੰ ਆਪਣੀ ਸੋਚ ਬਾਰੇ ਹੀ ਗਿਆਨ ਨਹੀਂ ਹੈ, ਤੇ ਸੋਚ ਨੂੰ ਹੀ ਬਦਲਣਾ ਹੈ। ਜਿਸ ਦਿਨ ਸੋਚ ਬਦਲ ਗਈ, ਉਸ ਦਿਨ ਸਮਝ ਲਓ ਤੁਸੀਂ ਰੱਬ ਹੋ ਗਏ। ਹੋਮੇ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਥਾਏ। ਹੋਮੇ ਔਰ ਨਾਮ ਇੱਕ ਜਗ੍ਹਾ ਤੇ ਨਹੀਂ ਨਾ ਵਸਦੇ, ਚਾਨਣ ਔਰ ਹਨੇਰਾ ਨਹੀਂ ਵਸਦੇ। ਜਿਸ ਦਿਨ ਚਾਨਣ ਹੋ ਗਿਆ, ਹਨੇਰਾ ਖਤਮ। ਜਿਸ ਦਿਨ ਆਪਣੇ ਆਪ ਨੂੰ ਸਵਾਰ ਲਿਆ, ਉਸ ਦਿਨ ਮੈਂ ਖਤਮ ਤੇ ਤੂੰ ਪ੍ਰਗਟ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਜਬ ਆਪਾ ਪਰਕਾ ਮਿਟ ਗਿਆ, ਜਦ ਦੇਖੂੰ ਤਾਂ ਤੂੰ। ਇਸ ਲਈ ਆਪਣੀ ਮੈਂਟੈਲਿਟੀ ਨੂੰ ਵੇਖਣਾ ਹੈ ਕਿ ਮੈਂ ਕਿੱਥੇ ਖੜਾ ਹਾਂ। ਆਪਣੇ ਬੋਲਾਂ ਨੂੰ ਵੇਖਣਾ ਹੈ ਕਿ ਮੇਰੀ ਬੋਲ ਬਾਣੀ ਕਿਵੇਂ ਦੀ ਹੈ। ਆਪਣੇ ਬਿਹੇਵ ਨੂੰ ਦੇਖਣਾ ਹੈ ਕਿ ਮੇਰਾ ਬਿਹੇਵੀਅਰ ਕੈਸਾ ਹੈ। ਜਦੋਂ ਮੈਂ ਦੂਜਿਆਂ ਦੇ ਨਾਲ ਗੱਲ ਕਰਨਾ, ਕਈਆਂ ਦੀ ਨਾ ਟੋਨ ਇਸ ਟਾਈਪ ਦੀ ਹੁੰਦੀ ਹੈ, ਉਹ ਚੰਗੇ ਭਲੇ ਵੀ ਬੋਲਦੇ ਹੋਣ ਤੇ ਇੰਜ ਲੱਗਦਾ ਹੈ ਵੀ ਜਿਵੇਂ ਗੱਲ ਪੈਣ ਆਏ ਨੇ, ਲੜਨਗੇ ਜਾਂ ਲੜ ਰਹੇ ਨੇ। ਤਾਂ ਇਸ ਚੀਜ਼ ਨੂੰ ਬਦਲਣ ਦੀ ਲੋੜ ਹੈ ਨਾ, ਸਵਾਰਨ ਦੀ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ, ਆਪ ਸਵਾਰਹਿ ਮੈਂ ਮਿਲੇ। ਬੰਦਿਆ, ਜੇ ਤੂੰ ਆਪਣੇ ਆਪ ਨੂੰ ਸਵਾਰ ਲਵੇਂ ਤਾਂ ਮੇਰੇ ਨਾਲ ਮਿਲ ਜਾਏਗਾ। ਮੈਂ ਮਿਲਿਆ ਸੁਖ ਹੋਏ। ਜੇ ਤੂੰ ਮੇਰੇ ਨਾਲ ਮਿਲ ਜਾਏਗਾ, ਮੇਰੇ ਨਾਲ ਜੁੜਿਆ ਰਹੇਗਾ, ਤਾਂ ਫਿਰ ਤੇਰੀ ਜ਼ਿੰਦਗੀ ਦੇ ਅੰਦਰ ਸੁਖ ਪੈਦਾ ਹੋ ਜਾਏਗਾ, ਸ਼ਾਂਤੀ ਪੈਦਾ ਹੋ ਜਾਏਗੀ। ਜਦੋਂ ਬੰਦੇ ਦੀ ਸੁਰਤ, ਬੰਦੇ ਦੀ ਸੋਚ ਗੁਣਾਂ ਦੇ ਵਿੱਚ ਲੀਨ ਹੋ ਗਈ, ਜਦੋਂ ਸ਼ੁਭ ਗੁਣ ਸੱਚ ਔਰ ਬੰਦੇ ਦੀ ਸੁਰਤ ਇੱਕ ਹੋ ਗਈ, ਤਾਂ ਬੰਦੇ ਦੀ ਜ਼ਿੰਦਗੀ ਦੇ ਅੰਦਰ ਫਿਰ ਸੁਖ ਹੈ, ਬੰਦੇ ਦੀ ਜ਼ਿੰਦਗੀ ਦੇ ਅੰਦਰ ਸ਼ਾਂਤੀ ਹੈ। ਫਰੀਦਾ, ਜੇ ਤੂੰ ਮੇਰਾ ਹੋਏ ਰਹੇ, ਤਾਂ ਰੱਬ ਜੀ ਕਹਿ ਰਹੇ ਨੇ ਕਿ ਹੇ ਫਰੀਦ, ਹੇ ਇਨਸਾਨ, ਜੇ ਤੂੰ ਮੇਰਾ ਬਣ ਜਾਏ, ਯਾਨੀ ਦੁਨੀਆ ਵਾਲਾ ਜਿਹੜਾ ਵਿਕਾਰ ਵਿਸ਼ੇ ਛੱਡ ਕੇ ਨੇ, ਜੇ ਤੂੰ ਸ਼ੁਭ ਗੁਣਾਂ ਦੇ ਨਾਲ ਪਿਆਰ ਕਰਨ ਲੱਗ ਜਾਏ, ਸਭ ਜਗ ਤੇਰਾ ਹੋਏ, ਫਿਰ ਸਾਰਾ ਸੰਸਾਰ ਹੀ ਤੇਰਾ ਹੋ ਜਾਏਗਾ। ਫਿਰ ਸਾਰਾ ਸੰਸਾਰ ਹੀ ਤੇਰਾ ਹੋ ਜਾਏਗਾ। ਫਿਰ ਤੈਨੂੰ ਕੋਈ ਬਿਗਾਨਾ ਦਿਸੇਗਾ ਨਹੀਂ। ਫਿਰ ਮੇਰ ਤੇਰ ਦੇ ਵਿਤਕਰੇ ਮਿਟ ਜਾਣਗੇ। ਗੁਰਬਾਣੀ ਦਾ ਪਾਵਨ ਬਚਨ ਹੈ ਨਾ, कबीर तू तू करता तू हुआ, मुझ में रहा न हूं। जब आपा पर का मिट गया, जत देखूं तत तू। ਜਦੋਂ ਮੇਰੀ ਜ਼ਿੰਦਗੀ ਚੋਂ ਆਪਣੇ ਪਰਾਏ ਦੇ ਵਿਤਕਰੇ ਮਿਟ ਗਏ, ਉਦੋਂ ਮੈਂ ਜਿੱਧਰ ਦੇਖਦਾ ਉਧਰ ਤੂੰ ਹੀ ਤੂੰ ਨਜ਼ਰੀ ਪੈ ਰਿਹਾ ਹੈ। ਆਪਣੇ ਪਰਾਏ ਦੇ ਵਿਤਕਰੇ ਹੀ ਮਿਟ ਗਏ। ਹੁਣ ਤੁਹਾਡੇ ਨਿੱਕੇ ਨਿੱਕੇ ਬੱਚੇ ਨੇ, ਮੇਰੇ ਨਿੱਕੇ ਨਿੱਕੇ ਬੱਚੇ ਨੇ। ਜਿਵੇਂ ਮੈਂ ਆਪਣੇ ਬੱਚਿਆਂ ਨੂੰ ਦੇਖਦਾ, ਉਸੇ ਨਜ਼ਰ ਨਾਲ ਤੁਹਾਡੇ ਬੱਚਿਆਂ ਨੂੰ ਦੇਖਾਂ, ਉਹੀ ਪਿਆਰ ਉਹਨਾਂ ਨਾਲ ਕਰਾਂ। ਤੁਸੀਂ ਜਿਵੇਂ ਆਪਣੇ ਬੱਚਿਆਂ ਨਾਲ ਬਿਹੇਵ ਕਰਦੇ ਹੋ, ਮੇਰੇ ਬੱਚਿਆਂ ਦੇ ਨਾਲ ਉਸੇ ਤਰ੍ਹਾਂ ਕਰੋ। ਤੇ ਇਹੀ ਹੈ ਆਪਣੇ ਪਰਾਏ ਦਾ ਮਿਟ ਜਾਣਾ। ਜੈਸਾ ਵਿਹਾਰ ਮੈਂ ਆਪਣੇ ਲਈ ਚਾਹਨਾ, ਵੈਸਾ ਵਿਹਾਰ ਮੈਂ ਤੁਹਾਡੇ ਨਾਲ ਕਰਾਂ। ਜੋ ਵਿਹਾਰ ਤੁਸੀਂ ਆਪਣੇ ਲਈ ਚਾਹੁੰਦੇ ਹੋ, ਉਹੋ ਜਿਹਾ ਵਿਹਾਰ ਮੇਰੇ ਨਾਲ ਕਰੋ। ਇਸੇ ਨੂੰ ਕਹਿੰਦੇ ਨੇ ਆਪਣੇ ਪਰਾਏ ਦੇ ਵਿਤਕਰੇ ਮਿਟ ਜਾਣੇ। ਇਸੇ ਨੂੰ ਕਹਿੰਦੇ ਨੇ ਆਪਣੇ ਆਪ ਨੂੰ ਸਵਾਰ ਲੈਣਾ। ਇਸੇ ਨੂੰ ਕਹਿੰਦੇ ਨੇ ਸਾਰਾ ਜਗਤ ਤੇਰਾ ਹੋ ਜਾਏਗਾ। ਔਰ ਹਕੀਕਤ ਹੈ, ਜੇ ਇਹਨੂੰ ਠਰਮੇ ਦੇ ਨਾਲ ਵਿਚਾਰੀਏ ਨਾ, ਸ਼ਬਦਾਵਲੀ ਤੋਂ ਉਤਾਂ ਉੱਠ ਕੇ, ਜੋ ਇਸ ਸ਼ਬਦਾਵਲੀ ਦੇ ਪਿੱਛੇ ਭਾਵਨਾ ਹੈ, ਜੇ ਉਸ ਭਾਵਨਾ ਨੂੰ ਸਮਝਿਆ ਜਾਏ, ਤਾਂ ਹਕੀਕਤ ਹੈ ਕਿ ਸਾਡੇ ਵਿੱਚ ਵਖੇਵਾਂ ਤੇ ਕੁਝ ਵੀ ਨਹੀਂ ਹੈ। ਇੱਕ ਬੀਜ ਦੇ ਅੰਦਰ ਬਹੁਤ ਵੱਡਾ ਬੋੜ ਲੁਕਿਆ ਹੋਇਆ ਹੈ, ਰੁੱਖ ਲੁਕਿਆ ਹੋਇਆ ਹੈ, ਪਰ ਉਹ ਏਡਾ ਵੱਡਾ ਰੁੱਖ ਇੱਕ ਖੋਲ ਦੇ ਅੰਦਰ ਕੈਦ ਹੈ।
ਖੋਲ ਦੇ ਅੰਦਰ ਕੈਦ ਹੈ। ਜੇ ਉਹ ਖੋਲ ਦੇ ਅੰਦਰ ਕੈਦ ਰਹੀ ਜਾਏ, ਕਿਸੇ ਡੱਬੀ ਵਿੱਚ ਪਾ ਕੇ ਉਸ ਬੀਜ ਨੂੰ ਰੱਖੀ ਰੱਖੂ ਤੇ ਉਹਨੇ ਬੋੜ ਨਹੀਂ ਬਣਨਾ। ਪਰ ਜਦੋਂ ਉਸ ਬੋੜ ਦੇ ਬੀਜ ਨੂੰ ਅਸੀਂ ਮਿੱਟੀ ਵਿੱਚ ਮਿਲਾਉਂਦੇ ਹਾਂ, ਹਵਾ, ਪਾਣੀ ਔਰ ਨਮੀ ਉਹਨੂੰ ਮਿਲਦੀ ਹੈ, ਉਹ ਗਲਦਾ ਹੈ, ਉਹਦੇ ਤੋਂ ਦੋ ਅੰਕੁਰ ਨਿਕਲਦੇ ਨੇ। ਇੱਕ ਅੰਕੁਰ ਜ਼ਮੀਨ ਦੀਆਂ ਗਹਿਰਾਈਆਂ ਵੱਲ ਵੱਧ ਜਾਂਦਾ ਹੈ ਤੇ ਇੱਕ ਅੰਕੁਰ ਆਕਾਸ਼ ਦੀ ਉਚਾਈ ਵੱਲ ਵੱਧ ਜਾਂਦਾ ਹੈ। ਜ਼ਮੀਨ ਵਿੱਚ ਵਧਣ ਵਾਲਾ ਜੜਾਂ ਔਰ ਆਕਾਸ਼ ਵਿੱਚ ਵਧਣ ਵਾਲਾ ਅੰਕੁਰ ਤਣਾ ਅਖਵਾਉਂਦਾ ਹੈ। ਉਸ ਇੱਕ ਨਿੱਕੇ ਜਿਹੇ ਬੋੜ ਦੇ ਬੀਜ ਦੇ ਵਿੱਚੋਂ ਕਿੱਡਾ ਵੱਡਾ ਰੁੱਖ ਪੈਦਾ ਹੋ ਗਿਆ ਤੇ ਫਿਰ ਉਥੋਂ ਉਹੋ ਜਿਹੇ ਹਜ਼ਾਰਾਂ ਲੱਖਾਂ ਕਰੋੜਾਂ ਬੀਜ ਅੱਗੇ ਪੈਦਾ ਕਰਨ ਦੀ ਉਹ क्षमता ਰੱਖਦਾ ਹੈ। ਇਹ ਖੋਲ ਹੈ। ਸਾਡੀ ਸੋਚ ਅੰਦਰ ਵੀ ਵਿਸ਼ਾਲਤਾ ਆ ਸਕਦੀ ਹੈ। ਸਾਡੀ ਖੋਲ ਵਿੱਚ ਵੀ, ਸਾਡੀ ਸੋਚ ਵਿੱਚ ਵੀ ਵਿਸ਼ਾਲਤਾ ਆ ਸਕਦੀ ਹੈ ਜੇ ਅਸੀਂ ਆਪਣੇ ਖੋਲ ਤੋੜ ਦਈਏ। ਅਸੀਂ ਵੀ ਕੁਝ ਖੋਲਾਂ ਦੇ ਅੰਦਰ ਚਮੜੀ, ਕੁਝ ਸੋਚ ਦੇ ਅੰਦਰ ਸੀਮਤ ਹਾਂ। ਉਹ ਖੋਲ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ, ਝੂਠ, ਫਰੇਬ, ਮੇਰ, ਤੇਰ, ਇਹਨਾਂ ਸਾਰਿਆਂ ਨੂੰ ਤੋੜ ਦਿਓ। ਇਹ ਖੋਲ ਤੋੜ ਦਿਓ। ਜਦੋਂ ਇਹ ਖੋਲ ਟੁੱਟ ਜਾਣਗੇ, ਅੰਦਰੋਂ ਜੋ ਪਿੱਛੇ ਬਚੇਗਾ ਉਹ ਰੱਬ ਹੀ ਹੋਊਗਾ। ਔਰ ਜਦੋਂ ਮੈਂ ਆਪਣੇ ਪਰਾਏ ਦੇ ਖੋਲ ਤੋੜਦਾ ਹਾਂ ਤਾਂ ਫਿਰ ਤੁਹਾਡੇ ਵਿੱਚ ਮੈਨੂੰ ਮੇਰਾ ਆਪਣਾ ਆਪਾ ਹੀ ਦਿਸਦਾ ਹੈ। ਜਦੋਂ ਤੁਸੀਂ ਆਪਣੇ ਪਰਾਏ ਦੇ ਔਰ ਹੰਕਾਰ ਦੇ ਖੋਲ ਤੋੜ ਦੋਗੇ, ਤੁਹਾਨੂੰ ਮੇਰੇ ਅੰਦਰ ਆਪਣਾ ਆਪਾ ਦਿਸੇਗਾ। 9 ਮਹੀਨੇ ਮਾਂ ਦੇ ਗਰਭ ਵਿੱਚ ਅਸੀਂ ਸਾਰੇ ਰਹੇ ਹਾਂ, ਮੈਂ ਤੁਸੀਂ 24 ਘੰਟੇ ਸਾਨੂੰ ਸਾਰਿਆਂ ਨੂੰ ਮਿਲ ਰਹੇ ਨੇ। ਪੰਜਾਂ ਤੱਤਾਂ ਤੋਂ ਤੁਹਾਡਾ ਸਰੀਰ, ਪੰਜਾਂ ਤੱਤਾਂ ਤੋਂ ਮੇਰਾ ਸਰੀਰ ਬਣਿਆ ਹੈ। ਸਾਡੇ ਸਾਰਿਆਂ ਦੇ ਅੰਦਰ ਇੱਕ ਵਿਆਪਕ ਐਨਰਜੀ ਹੈ, ਇੱਕ ਸਿਸਟਮ ਦੇ ਅੰਦਰ ਜੀ ਰਹੇ ਹਾਂ। ਤੇ ਬੇਗਾਨੀਅਤ ਕੀ ਹੈ? ਫਿਰ ਆਪਣਾ ਆਪਾ ਦਿਸੇਗਾ। ਤੇ ਜਦੋਂ ਆਪਣਾ ਆਪਾ ਦਿਸੇਗਾ ਨਾ, ਫਿਰ ਮੈਂ ਤੁਹਾਡੀ ਜਗ੍ਹਾ ਤੇ ਆਪਣੇ ਆਪ ਨੂੰ ਖਿਲਾਰ ਕੇ ਵੇਖਾਂਗਾ। ਤੇ ਜਦੋਂ ਤੁਹਾਡੀ ਜਗ੍ਹਾ ਤੇ ਆਪਣੇ ਆਪ ਨੂੰ ਖਿਲਾਰ ਕੇ ਵੇਖਾਂਗਾ, ਫਿਰ ਮੈਨੂੰ ਤੁਹਾਡੇ ਦੁੱਖਾਂ ਦਾ ਪਤਾ ਲੱਗੇਗਾ। ਫਿਰ ਮੈਂ ਤੁਹਾਡੇ ਦੁੱਖਾਂ ਨੂੰ ਅਨੁਭਵ ਕਰ ਸਕਾਂਗਾ। ਤੁਸੀਂ ਮੇਰੀ ਜਗ੍ਹਾ ਤੇ ਆਪਣੇ ਆਪ ਨੂੰ ਖਿਲਾਰ ਕੇ ਦੇਖੋਗੇ, ਫਿਰ ਤੁਹਾਨੂੰ ਮੇਰੀ ਪ੍ਰੋਬਲਮ ਸਮਝ ਆਏਗੀ, ਉਸ ਦੁੱਖ ਦਰਦ ਨੂੰ ਤੁਸੀਂ ਸਮਝ ਸਕੋ। ਫਿਰ ਅਸੀਂ ਇੱਕ ਦੂਜੇ ਦੇ ਉਸ ਦੁੱਖ ਦਰਦ ਨੂੰ ਦੂਰ ਕਰ ਸਕਾਂਗੇ। ਫਿਰ ਇਹ ਸਾਰਾ ਜਗਤ ਸਾਨੂੰ ਆਪਣਾ ਪ੍ਰਤੀਤ ਹੋਏਗਾ। ਤਾਂ ਦੇਖੋ ਕਿੰਨਾ ਸੌਖਾ ਸਾਧਨ ਸਾਨੂੰ ਰੱਬ ਵਰਗੇ ਹੋਣ ਦਾ ਬਾਬਾ ਫਰੀਦ ਜੀ ਦੱਸ ਰਹੇ ਨੇ, ਰੱਬ ਦੇ ਮੂੰਹ ਅਖਵਾ ਰਹੇ ਨੇ ਕਿ ਜੇ ਤੂੰ ਆਪਣੇ ਆਪ ਨੂੰ ਸਵਾਰ ਲਵੇਂ ਤਾਂ ਮੇਰੇ ਨਾਲ ਮਿਲ ਜਾਏਗਾ। ਜੇ ਤੂੰ ਮੇਰੇ ਨਾਲ ਮਿਲ ਜਾਏ, ਯਾਨੀ ਆਪਣੇ ਆਪ ਨੂੰ ਸਵਾਰ ਲਵੇਂ, ਤੇਰੀ ਜ਼ਿੰਦਗੀ ਵਿੱਚ ਸੁੱਖ ਪੈਦਾ ਹੋ ਜਾਏਗਾ। ਜੇ ਤੂੰ ਮੇਰਾ ਹੋ ਜਾਏ, ਮੇਰਾ ਹੋਣ ਦਾ ਮਤਲਬ ਰੱਬੀ ਰਜ਼ਾ ਵਿੱਚ ਤੁਰਨਾ ਸ਼ੁਰੂ ਕਰ ਦੇਵੇਂ। ਜੇ ਤੂੰ ਰੱਬੀ ਗੁਣਾਂ ਦਾ ਹੋ ਜਾਏ, ਆਪਣੇ ਆਪ ਨੂੰ ਗੁਣਾਂ ਦੇ ਨਾਲ ਜੋੜ ਲਵੇਂ, ਸਾਰਾ ਸੰਸਾਰ ਹੀ ਤੇਰਾ ਹੋ ਜਾਏਗਾ। ਇੱਥੇ ਕੋਈ ਬੇਗਾਨਾ ਹੈ ਹੀ ਨਹੀਂ ਹੈ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਣਾਈ। ਸਾਨੂੰ ਇਹ ਕਲਾਸ ਲਗਾਉਣ ਦਾ, ਗੁਰਦੁਆਰਾ ਸਾਹਿਬ ਜਾਣ ਦਾ, ਬਾਣੀ ਪੜ੍ਹਨ ਦਾ, ਸਤਸੰਗ ਪੜ੍ਹਨ ਦਾ ਲਾਭ ਤਾਂ ਹੀ ਹੈ ਜੇ ਸਾਡੇ ਅੰਦਰੋਂ ਈਰਖਾ ਦਵੇਸ਼ ਮਿਟ ਜਾਏ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਾਵਨ ਬਚਨ ਹੈ ਨਾ, ਬਿਸਰ ਗਈ ਸਭ ਤਾਤ ਪਰਾਈ। ਪਰਾਈ ਤਾਤ ਦਾ ਮਤਲਬ ਈਰਖਾ, ਵੈਰ ਵਿਰੋਧ, ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਭਾਵਨਾ ਮੇਰੇ ਅੰਦਰੋਂ ਖਤਮ ਹੋ ਗਈ। ਕਦੋਂ ਤੋਂ ਖਤਮ ਹੋਈ ਹੈ? ਜਬ ਤੇ ਸਾਧ ਸੰਗਤ ਮਿਲ ਪਾਈ, ਜਦੋਂ ਤੋਂ ਮੈਨੂੰ ਗੁਰੂ ਦੀ ਸੰਗਤ ਮਿਲੀ। ਤੇ ਹੁਣ ਮੇਰੀ ਦਸ਼ਾ ਕੈਸੀ ਹੈ? ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਨ ਆਈ। ਹੁਣ ਸਾਰਿਆਂ ਦੇ ਨਾਲ ਬਣ ਆਏ। ਹੁਣ ਵੈਰੀ ਔਰ ਬਿਗਾਨੇ ਵਾਲੀ ਗੱਲ ਨਹੀਂ ਰਹੀ। ਤਾਂ ਰੱਬ ਦੇ ਨਾਲ ਮਿਲਣਾ ਜਾਂ ਰੱਬ ਦੀ ਭਗਤੀ ਕੀ ਹੈ? ਆਪਣੇ ਆਪ ਨੂੰ ਸਵਾਰਨਾ, ਗੁਣਾਂ ਦੇ ਧਾਰਨੀ ਹੋਣਾ, ਰੱਬੀ ਰਜ਼ਾ ਦੇ ਵਿੱਚ ਤੁਰਨਾ। ਇਹ ਬਿਲਕੁਲ ਸੌਖਾ ਸਾਧਨ। ਦੇਖੋ ਇੱਥੇ ਨਾ ਤੇ ਤੁਹਾਨੂੰ ਕਿਹਾ ਜਾ ਰਿਹਾ ਸਮਾਧੀਆਂ ਲਾਓ, ਨਾ ਕਿਹਾ ਜਾ ਰਿਹਾ ਤੀਰਥਾਂ ਤੇ ਜਾਓ, ਨਾ ਕਿਹਾ ਜਾ ਰਿਹਾ ਦਸਮ ਦੁਆਰ ਵਿੱਚ ਪ੍ਰਾਣ ਚੜਾਓ, ਜੰਗਲਾਂ ਵਿੱਚ ਭਟਕੋ, ਗ੍ਰਸਤ ਨੂੰ ਤਿਆਗੋ, ਬੱਚਿਆਂ ਨੂੰ ਛੱਡੋ, ਜਾਂ ਹੋਰ ਐਸੇ ਪੁੱਠੇ ਸਿੱਧੇ ਕੰਮ ਕਰੋ। ਸਾਹ ਨੱਕ ਨਾਲ ਉਤਾਂ ਨੂੰ ਖਿੱਚੋ ਤੇ ਥੱਲੇ ਨੂੰ ਛੱਡੋ ਤੇ ਪੁੱਠੇ ਲਟਕੋ ਤੇ ਧੂਣੀਆਂ ਤਾਓ। ਕੁਛ ਵੀ ਨਹੀਂ। ਸਿੰਪਲ ਗੱਲ, ਆਪ ਸਵਾਰੇ, ਆਪਣੇ ਆਪ ਨੂੰ ਸਵਾਰ ਲਓ। ਮੈਂ ਆਪਣੇ ਆਪ ਨੂੰ ਸਵਾਰਨਾ ਹੈ, ਤੁਸੀਂ ਆਪਣੇ ਆਪ। ਮੈਂ ਤੁਹਾਨੂੰ ਨਹੀਂ ਸਵਾਰ ਸਕਦਾ, ਤੁਸੀਂ ਮੈਨੂੰ ਨਹੀਂ ਸਵਾਰ ਸਕਦੇ। ਇੱਕ ਦੂਜੇ ਨੂੰ ਅਸੀਂ ਸਲਾਹ ਦੇ ਸਕਦੇ ਹਾਂ, ਸੁਜੈਸ਼ਨ ਦੇ ਸਕਦੇ ਹਾਂ, ਹੈਲਪ ਕਰ ਸਕਦੇ ਹਾਂ ਕਿ ਐਵੇਂ ਅਸੀਂ ਗੁਰਬਾਣੀ ਨਾਲ ਜੁੜ ਸਕਦੇ ਹਾਂ। ਜੁੜਨਾ ਹਰ ਬੰਦੇ ਨੂੰ ਆਪ ਪੈਣਾ ਹੈ। ਸੋਚ ਹਰ ਬੰਦੇ ਨੂੰ ਆਪਣੀ ਆਪ ਬਦਲਣੀ ਪੈਣੀ। ਅਗਲਾ ਬਚਨ ਬਾਬਾ ਫਰੀਦ ਜੀ ਕਰਦੇ ਨੇ,
ਕੰਧੀ ਉੱਤੇ ਰੁਖੜਾ ਕਿਚਰਕ ਬੰਨੈ ਧੀਰ, ਫਰੀਦਾ ਕੱਚੇ ਭਾਂਡੇ ਰੱਖੀਐ ਕਿਚਰ ਤਾਈ ਨੀਰ। ਕੰਧੀ ਦਾ ਮਤਲਬ ਕੰਢਾ, ਜੋ ਦਰਿਆ ਦਾ ਕੰਢਾ ਹੈ। ਰੁਖੜਾ ਦਾ ਮਤਲਬ ਨਿੱਕਾ ਜਿਹਾ ਰੁੱਖ। ਧੀਰ ਦਾ ਮਤਲਬ ਧੀਰਜ, ਧਰਵਾਸਾ। ਦਰਿਆ ਦਾ ਕੰਢਾ ਤੇ ਦਰਿਆ ਦੇ ਕੰਢੇ ਦੇ ਉੱਤੇ ਉੱਗਿਆ ਹੋਇਆ ਨਿੱਕਾ ਜਿਹਾ ਰੁੱਖ, ਤੇ ਜਿਸ ਦਰਿਆ ਦੇ ਕੰਢੇ ਨੂੰ ਢਾਹ ਲੱਗੀ ਹੋਵੇ, ਦਰਿਆ ਚੜਿਆ ਹੋਵੇ ਤੇ ਪਾਣੀ ਦੀ ਮਿੱਟੀ ਜਿਹੜੀ ਹੈ ਖੋਰ ਖੋਰ ਕੇ ਆਪਣੇ ਵਿੱਚ ਸੁੱਟ ਕੇ ਤੇ ਰੋੜ ਕੇ ਅੱਗੇ ਲਿਜਾ ਰਿਹਾ ਹੋਏ, ਉਸ ਢਾਹ ਲੱਗੇ ਕਿਨਾਰੇ ਦੇ ਉੱਤੇ ਨਿੱਕਾ ਜਿਹਾ ਰੁੱਖ ਉੱਗਿਆ ਹੋਏ, ਤਾਂ ਉਸ ਰੁੱਖ ਦੀ ਜ਼ਿੰਦਗੀ ਕਿੰਨੀ ਕੁ ਲੰਮੀ ਹੋ ਸਕਦੀ ਹੈ? ਕਿੰਨਾ ਕੁ ਚਿਰ ਉਹ ਧੀਰਜ ਰੱਖੇਗਾ ਕਿ ਮੈਨੂੰ ਕੁਛ ਨਹੀਂ ਹੋਣਾ। ਇੱਕ ਦੋ ਢਿੱਗਾਂ ਡਿੱਗੀਆਂ ਤੇ ਰੁੱਖ ਨੇ ਥੱਲੇ ਡਿੱਗ ਜਾਣਾ, ਦਰਿਆ ਨੇ ਰੋੜ ਕੇ ਲੈ ਜਾਣਾ, ਕੰਮ ਖਤਮ। ਯਾਨੀ ਸਾਡੀ ਜੋ ਜ਼ਿੰਦਗੀ ਹੈ ਉਹ ਦਰਿਆ ਦੇ ਉੱਤੇ ਉੱਗੇ ਹੋਏ ਰੁੱਖ ਦੀ ਨਿਆਈ ਹੈ। ਜਿਵੇਂ ਦਰਿਆ ਦੇ ਉੱਤੇ ਰੁੱਖ ਉੱਗਿਆ ਹੋਵੇ ਔਰ ਕਿਨਾਰੇ ਨੂੰ ਢਾਹ ਲੱਗੀ ਹੋਵੇ ਤੇ ਕਿਨਾਰੇ ਦੀ ਮਿੱਟੀ ਨੂੰ ਤੋੜ ਤੋੜ ਕੇ ਦਰਿਆ ਦਾ ਪਾਣੀ ਵਿੱਚ ਸੁੱਟ ਰਿਹਾ ਹੋਵੇ, ਤੇ ਆਖਿਰ ਉਸ ਰੁੱਖ ਨੇ ਵੀ ਰੁੜ ਜਾਣਾ ਹੁੰਦਾ ਹੈ। ਇਸੇ ਤਰ੍ਹਾਂ ਇਹ ਜ਼ਿੰਦਗੀ ਵੀ ਮਾਨੋ ਇੱਕ ਦਰਿਆ ਹੈ, ਤੇ ਹਰ ਦਿਨ, ਹਰ ਸਵਾਸ, ਹਰ ਪਲ ਇਹ ਸਾਡੀ ਉਮਰ ਦੀ ਢਿੱਗ ਨੂੰ ਡੇਗ ਰਿਹਾ ਹੈ। ਕਿੰਨਾ ਕੁ ਚਿਰ ਅਸੀਂ ਧੀਰਜ ਬੰਨਾਂਗੇ ਕਿ ਅਸੀਂ ਕਿੰਨਾ ਕੁ ਚਿਰ ਜ਼ਿੰਦਾ ਰਹਿਣਾ। ਠੀਕ ਹੈ, ਕੋਈ 50 ਸਾਲ, ਕੋਈ 60 ਸਾਲ, ਕੋਈ 70 ਸਾਲ, 80 ਸਾਲ, ਜ਼ਿਆਦਾ ਕਰੋਗੇ 100 ਸਾਲ, 200 ਸਾਲ, 500 ਸਾਲ ਜੀ ਲੋਗੇ, ਆਖਿਰ ਮਰਨਾ ਪੈਣਾ ਹੈ ਨਾ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ, ਜਿਵੇਂ ਦਰਿਆ ਦੇ ਕਿਨਾਰੇ ਨੂੰ ਢਾਹ ਲੱਗੀ ਹੋਵੇ, ਉਹਦੇ ਉੱਤੇ ਉੱਗਿਆ ਹੋਇਆ ਨਿੱਕਾ ਜਿਹਾ ਰੁੱਖ ਬਹੁਤੀ ਧੀਰਜ ਨਹੀਂ ਬਣ ਸਕਦਾ, ਉਹਦਾ ਅੰਤ ਆ ਜਾਣਾ ਹੁੰਦਾ ਹੈ। ਫਰੀਦਾ ਕੱਚੇ ਭਾਂਡੇ ਰੱਖੀਐ ਕਿਚਰ ਤਾਈ ਨੀਰ। ਕਿਚਰ ਦਾ ਮਤਲਬ ਕਿੰਨਾ ਚਿਰ, ਨੀਰ ਦਾ ਮਤਲਬ ਪਾਣੀ। ਭਾਂਡਾ ਹੋਵੇ ਕੱਚਾ, ਘੁਮਿਆਰ ਵੀਰ ਨੇ ਬਰਤਨ ਬਣਾਇਆ ਹੋਵੇ ਮਿੱਟੀ ਦਾ, ਤੇ ਹਾਲੇ ਉਹਨੂੰ ਆਵੀ ਦੇ ਵਿੱਚ ਪਾ ਕੇ ਤਾਇਆ ਨਹੀਂ, ਪਕਾਇਆ ਨਹੀਂ, ਤੇ ਉਸ ਮਿੱਟੀ ਦੇ ਕੱਚੇ ਭਾਂਡੇ ਨੂੰ ਪਾਣੀ ਦਾ ਭਰ ਲਓ, ਕਿੰਨੀ ਕੁ ਦੇਰ ਰੱਖ ਲੋਗੇ? ਪਲ ਦੋ ਪਲ, ਪਲ ਦੋ ਪਲ ਬਾਅਦ ਉਹਨੇ, ਪਾਣੀ ਨੇ ਘੜੇ ਨੂੰ ਗਾਲ ਦੇਣਾ, ਖਤਮ ਹੋ ਜਾਣਾ। ਇਸੇ ਤਰ੍ਹਾਂ ਜਿਵੇਂ ਉਸ ਰੁੱਖ ਦੀ ਪਾਇਆ ਨਹੀਂ ਬਹੁਤੀ, ਜੋ ਦਰਿਆ ਦੇ ਕਿਨਾਰੇ ਤੇ ਉੱਗਿਆ ਹੈ, ਜਿਵੇਂ ਕੱਚੇ ਘੜੇ ਵਿੱਚ ਪਾਣੀ ਪਾ ਦੇਈਏ ਤਾਂ ਉਹਦੀ ਕੋਈ ਬਹੁਤੀ ਪਾਇਆ ਨਹੀਂ ਹੈ, ਇਸੇ ਤਰ੍ਹਾਂ ਸਾਡੇ ਜੀਵਨ ਦੀ ਵੀ ਬਹੁਤੀ ਪਾਇਆ ਨਹੀਂ ਹੈ। ਕਿਆ ਪ੍ਰਵਾਸਾ ਇਸ ਭਾਂਡੇ ਕਾ ਇਤਨਕ ਲਾਗੇ ਠਨ ਕਾ। ਥੋੜਾ ਜਿਹਾ ਕੋਈ ਬਿਮਾਰੀ ਲੱਗਦੀ ਹੈ ਤੇ ਬੰਦਾ ਮਰ ਜਾਂਦਾ। ਹਾਰਟ ਅਟੈਕ ਹੋਇਆ ਤੇ ਬੰਦਾ ਮਰ ਗਿਆ, ਤੇ ਅਸੀਂ ਕਹਿੰਦੇ ਯਾਰ ਹਾਲੇ ਤੇ ਹੁਣੇ ਸਾਡੇ ਕੋਲੋਂ ਚਾਹ ਪੀ ਕੇ ਗਿਆ, ਮਰਨ ਲੱਗਿਆ ਦੇਰ ਥੋੜਾ ਲੱਗ। ਐਕਸੀਡੈਂਟ ਹੋ ਗਿਆ, ਕਰੋਨਾ ਹੋ ਗਿਆ, ਬੁਖਾਰ ਹੋ ਗਿਆ, ਟੀਬੀ ਹੋ ਗਈ, ਕੈਂਸਰ ਹੋ ਗਿਆ, ਕੋਈ ਵੀ ਛੋਟਾ ਮੋਟਾ ਰੋਗ ਹੋ ਗਿਆ, ਬੰਦਾ ਮਰ ਜਾਂਦਾ, ਖਤਮ ਹੋ ਜਾਂਦਾ। ਤਾਂ ਇਸ ਲਈ ਬਾਬਾ ਫਰੀਦ ਜੀ ਸਾਨੂੰ ਇੱਥੇ ਸਮਝਾ ਰਹੇ ਨੇ ਕਿ ਸਰੀਰਕ ਮੌਤ ਨਿਸ਼ਚਿਤ ਹੈ। ਤੇ ਦੂਜੀ ਗੱਲ ਇਹ ਹੈ, ਜੇਕਰ ਅਸੀਂ ਸੱਚ ਦੇ ਨਾਲੋਂ ਟੁੱਟ ਗਏ ਤਾਂ ਵਿਸ਼ੇ ਵਿਕਾਰਾਂ ਦੀ ਜਿਹੜੀ ਨਦੀ ਹੈ ਸਾਡੀ ਆਤਮਿਕ ਜੀਵਨ ਨੂੰ ਰੋੜ ਕੇ ਲੈ ਜਾਏਗੀ, ਆਤਮਿਕ ਮੌਤ ਹੋ ਜਾਏਗੀ। ਇਸ ਲਈ ਜਦੋਂ ਇਸ ਜੀਵਨ ਨੇ ਖਤਮ ਹੀ ਹੋ ਜਾਣਾ ਹੈ ਤਾਂ ਇਹਨੂੰ ਵਿਸ਼ੇ ਵਿਕਾਰਾਂ ਵਿੱਚ ਖਤਮ ਨਾ ਕਰੋ, ਇਹਨੂੰ ਵਿਸ਼ੇ ਵਿਕਾਰਾਂ ਵਿੱਚ ਜਾਇਆ ਨਾ ਕਰੋ। ਇਹ ਜਿਹੜਾ ਸਾਡਾ ਜੀਵਨ ਹੈ, ਜੋ ਸਮਾਂ ਮਿਲਿਆ ਹੈ, ਇਹਨੂੰ ਚੰਗੇ ਤਰੀਕੇ ਵਾਸਤੇ ਵਰਤੋ। ਲੋਕਾਂ ਦੇ ਔਗਣ ਨਾ ਲੱਭਦੇ ਰਹੋ, ਲੋਕਾਂ ਦੀਆਂ ਕਮੀਆਂ ਨਾ ਲੱਭਦੇ ਰਹੋ, ਆਪਣੇ ਆਪ ਦੇ ਅੰਦਰ ਵਿਕਾਸ ਕਰੋ, ਵਿਕਾਸਸ਼ੀਲ ਬਣੇ ਰਹੋ। ਦੂਜਿਆਂ ਦੇ ਨਾਲ ਤੁਸੀਂ ਮੁਕਾਬਲਾ ਨਾ ਕਰੋ। ਹਰ ਬੰਦੇ ਦਾ ਮੁਕਾਬਲਾ ਆਪਣੇ ਆਪ ਦੇ ਨਾਲ ਹੈ। ਜੇ ਤੁਸੀਂ ਜੇਤੂ ਹੋਣਾ ਚਾਹੁੰਦੇ ਹੋ ਨਾ, ਤਾਂ ਕੱਲ ਨਾਲੋਂ, ਜੇ ਤੁਸੀਂ ਅੱਜ ਚੰਗੀ ਜ਼ਿੰਦਗੀ ਜੀਵੀ ਹੈ ਤਾਂ ਤੁਸੀਂ ਜੇਤੂ ਹੋ। ਕੱਲ ਨਾਲੋਂ ਅੱਜ ਕੁਝ ਨਵਾਂ ਕੀਤਾ ਹੈ, ਚੰਗਾ ਕੀਤਾ ਹੈ, ਤਾਂ ਤੁਸੀਂ ਜੇਤੂ ਹੋ। ਜੋ ਪਿਛਲੇ 2 ਘੰਟੇ ਬਿਤਾਏ ਨੇ, ਅਗਲੇ 2 ਘੰਟਿਆਂ ਵਿੱਚ ਜੇ ਪਿਛਲਿਆਂ ਨਾਲੋਂ ਕੁਝ ਚੰਗਾ ਕਰਦੇ ਹੋ, ਚੰਗਾ ਸੋਚਦੇ ਹੋ, ਤਾਂ ਤੁਸੀਂ ਆਪਣਾ ਰਿਕਾਰਡ ਤੋੜ ਰਹੇ ਹੋ, ਤੁਸੀਂ ਵਿਕਾਸ ਕਰ ਰਹੇ ਹੋ, ਤੁਸੀਂ ਵਿਕਾਸਤਾ ਵਾਲੇ ਵੱਧ ਰਹੇ ਹੋ ਪਾਸੇ, ਤੁਸੀਂ ਰੱਬ ਵਾਲੇ ਪਾਸੇ ਵੱਧ ਰਹੇ ਹੋ। ਇਸ ਲਈ ਹਰ ਬੰਦੇ ਦਾ ਮੁਕਾਬਲਾ ਆਪਣੇ ਆਪ ਦੇ ਨਾਲ ਹੋਣਾ ਚਾਹੀਦਾ ਹੈ ਕਿ ਅੱਜ ਨਾਲੋਂ ਮੈਂ ਕੱਲ ਨੂੰ ਚੰਗਾ ਜ਼ਿੰਦਗੀ ਜੀਣੀ ਹੈ। ਹੁਣ ਜਿਹੜਾ ਮੈਂ ਹੁਣ ਤੱਕ ਸਮਾਂ ਬਿਤਾਇਆ ਹੈ, ਅਗਲੇ ਸਮੇਂ ਵਿੱਚ ਮੈਂ ਕੁਝ ਨਵਾਂ ਕਰਨਾ ਹੈ, ਮੈਂ ਕੁਝ ਨਵਾਂ ਸੋਚਣਾ ਹੈ, ਮੈਂ ਆਪਣੇ ਅੰਦਰ ਵਿਕਾਸਤਾ ਪੈਦਾ ਕਰਨੀ ਹੈ, ਮੈਂ ਵਿਕਾਸਸ਼ੀਲ ਬਣਨਾ ਹੈ। ਤਾਂ ਇਸ ਤਰ੍ਹਾਂ ਸਾਡਾ ਜੀਵਨ ਜਿਹੜਾ ਹੈ ਉਹ ਸਫਲਾ ਹੋ ਸਕਦਾ ਹੈ।
ਅਗਲਾ ਬਚਨ ਕਰਦੇ ਨੇ, ਫਰੀਦਾ ਮਹਿਲ ਨਿਸੱਖਣ ਰਹਿ ਗਏ, ਵਾਸਾ ਆਇਆ ਤਲ, ਗੋਰਾਂ ਸੇ ਨਿਮਾਣੀਆਂ ਬਹਿਸਨ ਰੂਹਾਂ ਮਲ। ਇੱਥੇ ਵਿਚਾਰੀਆਂ ਰੂਹਾਂ ਜਿਹੜੀਆਂ ਨੇ ਕਬਰਾਂ ਨੂੰ ਮਲ ਕੇ ਬਹਿਣਗੀਆਂ, ਇਹ ਮੁਸਲਮਾਨੀ ਖਿਆਲ ਹੈ। ਔਰ ਬਾਬਾ ਫਰੀਦ ਜੀ ਉਸ ਇਲਾਕੇ ਵਿੱਚ ਨੇ, ਇਸ ਲਈ ਲੋਕਾਂ ਨੂੰ ਸਮਝਾਉਣ ਵਾਸਤੇ ਉਹ ਸ਼ਬਦਾਵਲੀ ਵਰਤ ਰਹੇ। ਇਹ ਮੁਸਲਮਾਨੀ ਖਿਆਲ ਹੈ ਕਿ ਰੂਹਾਂ ਸਦੀਆਂ ਤੱਕ ਕਬਰਾਂ ਦੇ ਵਿੱਚ ਪਈਆਂ ਕਿਆਮਤ ਨੂੰ ਉਡੀਕਦੀਆਂ ਰਹਿਣਗੀਆਂ। ਯਾਨੀ ਸਰੀਰ ਨੂੰ ਵੀ ਕਬਰ ਦੇ ਵਿੱਚ ਦਬਾ ਦਿੱਤਾ ਤੇ ਰੂਹ ਵੀ ਜਿਹੜੀ ਉਹ ਕਬਰ ਦੇ ਵਿੱਚ ਹੀ ਪਈ ਰਹੇਗੀ ਸਦੀਆਂ ਤੱਕ, ਜਦੋਂ ਤੱਕ ਕਿਆਮਤ ਨਹੀਂ ਆਉਂਦੀ। ਤੇ ਕਿਆਮਤ ਦਾ ਮਤਲਬ ਹੈ ਕਿ ਜਦੋਂ ਆ ਸਾਰੀ ਦੁਨੀਆ ਦੇ ਮਨੁੱਖ ਮਰ ਜਾਣਗੇ, ਦੁਨੀਆ ਖਤਮ ਹੋਏਗੀ, ਉਹ ਦਿਨ ਨੂੰ ਕਿਆਮਤ ਕਹਿੰਦੇ। ਫਿਰ ਉਸ ਦਿਨ ਖੁਦਾ ਜਿਹੜਾ ਹੈ, ਜੋ ਉੱਤੇ ਬਹਿਸ਼ਤ ਵਿੱਚ ਬੈਠਾ ਹੈ, ਉਹ ਸਾਰੀ ਖਲਕਤ ਨੂੰ ਫਿਰ ਜ਼ਿੰਦਾ ਕਰ ਲਏਗਾ ਤੇ ਫਿਰ ਉਹਨਾਂ ਦਾ ਲੇਖਾ ਜੋਖਾ ਹੋਏਗਾ। ਤੇ ਜਿਹੜੇ ਚੰਗੇ ਬੰਦੇ ਹੋਣਗੇ ਉਹਨਾਂ ਨੂੰ ਜੰਨਤ ਵਿੱਚ ਤੇ ਬਾਕੀ ਦਿਆਂ ਨੂੰ ਦੋਜ਼ਖ ਦੇ ਅੰਦਰ ਪਾ ਦਿੱਤਾ ਜਾਏਗਾ। ਜਿਨ੍ਹਾਂ ਨੇ ਇਸਲਾਮ ਦੇ ਉੱਤੇ ਈਮਾਨ ਲਿਆਂਦਾ ਹੋਏਗਾ ਉਹ ਲੋਕ ਜੰਨਤ ਵਿੱਚ ਚਲੇ ਜਾਣਗੇ, ਬਾਕੀ ਦੇ ਜਿਹੜੇ ਈਮਾਨ ਨਹੀਂ ਲਿਆਂਦਾ, ਉਹਦੇ ਮੁਤਾਬਕ ਨਹੀਂ ਚੱਲੇ, ਉਹ ਦੋਜ਼ਖ ਦੀ ਅੱਗ ਵਿੱਚ ਸਦਾ ਲਈ ਸੜਦੇ ਰਹਿਣ। ਹੁਣ ਬਾਬਾ ਫਰੀਦ ਜੀ ਉਹ ਸ਼ਬਦਾਵਲੀ ਵਰਤ ਕੇ ਸਾਨੂੰ ਸਮਝਾ ਰਹੇ ਨੇ, ਫਰੀਦਾ ਮਹਿਲ ਨਿਸੱਖਣ ਰਹਿ ਗਏ, ਵਾਸਾ ਆਇਆ ਤਲ। ਵਿਸ਼ੇ ਵਿਕਾਰ ਕਮਾ ਕੇ, ਤਲੀਆਂ ਖੂੰਡੇ ਕਾਗ, ਸਾਰੀ ਜ਼ਿੰਦਗੀ ਵਿਸ਼ੇ ਵਿਕਾਰ ਕਮਾ ਕੇ, ਪਾਪ ਅਪਰਾਧ ਕਰਕੇ ਵੱਡੇ ਵੱਡੇ ਮਹਿਲ ਉਸਾਰ ਲਏ, ਬੇਗਾਨੀਆਂ ਪ੍ਰਾਪਰਟੀਆਂ ਦੱਬ ਕੇ। ਤੇ ਬਾਬਾ ਫਰੀਦ ਜੀ ਜਦੋਂ ਕਹਿੰਦੇ ਨੇ ਕਿ ਇਹ ਜਦੋਂ ਸਰੀਰ ਛੱਡਣਾ ਹੈ ਤੇ ਇਹ ਜਿਹੜੇ ਮਹਿਲ ਤੇ ਇਹ ਤੇ ਖਾਲੀ ਰਹਿ ਜਾਣੇ ਨੇ, ਵੱਡੇ ਵੱਡੇ ਬੈੱਡ, ਵੱਡੀਆਂ ਵੱਡੀਆਂ ਰਜ਼ਾਈਆਂ ਤਲਾਈਆਂ, ਮਖਮਲੀ ਗਦੇਲੇ, ਇਹ ਥੋੜੀ ਨਾਲ ਜਾਣੇ ਨੇ। ਵਾਸਾ ਆਇਆ ਤਲ, ਤਲ ਦਾ ਮਤਲਬ ਧਰਤੀ ਹੇਠਾਂ, ਕਬਰ ਵਿੱਚ, ਉੱਥੇ ਲੇਟਣਾ ਪੈਣਾ ਹੈ। ਗੋਰਾਂ ਸੇ ਨਿਮਾਣੀਆਂ ਬਹਿਸਨ ਰੂਹਾਂ ਮਲ, ਉਹਨਾਂ ਕਬਰਾਂ ਵਿੱਚ ਜਿਨ੍ਹਾਂ ਤੋਂ ਨਫ਼ਰਤ ਕਰੀਦੀ ਸੀ, ਸਦਾ ਲਈ ਰੂਹਾਂ ਉਹਨਾਂ ਨੂੰ ਮਲ ਕੇ ਬਹਿ ਜਾਣਗੀਆਂ। ਇਹ ਮੁਸਲਮਾਨੀ ਖਿਆਲ ਹੈ, ਬਾਬਾ ਫਰੀਦ ਜੀ ਦੇ ਰਹੇ ਨੇ। ਔਰ ਜੋ ਸਾਨੂੰ ਇੱਥੇ ਸਮਝਾਉਣਾ ਚਾਹ ਰਹੇ, ਸਮਝਾਣਾ ਇਹ ਚਾਹ ਰਹੇ ਨੇ ਕਿ ਵਿਸ਼ੇ ਵਿਕਾਰ, ਪਾਪ ਅਪਰਾਧ ਕਮਾ ਕਮਾ ਕੇ ਵੱਡੇ ਵੱਡੇ ਮਹਿਲ ਉਸਾਰ ਲੈਣੇ, ਭਲੇ ਪੁਰਸ਼ਾ ਇਹਨਾਂ ਨੇ ਤੇਰੇ ਨਾਲ ਤਾਂ ਨਹੀਂ ਜਾਣਾ। ਆਖਿਰ ਤੈਨੂੰ ਤਾਂ ਕਬਰ ਦੇ ਵਿੱਚ ਪੈਣਾ ਪੈਣਾ, ਤੈਨੂੰ ਤਾਂ ਮਿੱਟੀ ਦੇ ਅੰਦਰ ਦਬਾ ਦਿੱਤਾ ਜਾਏਗਾ। ਤੇ ਜਦੋਂ ਤੇਰਾ ਹਾਲਾਤ ਐਸੀ ਹੀ ਹੋਣੀ ਹੈ ਤਾਂ ਫਿਰ ਮਹਿਲ, ਮਾੜੀਆਂ, ਮੰਡਪ ਉਸਾਰ, ਰਹਿਣ ਵਾਸਤੇ ਘਰ ਮਕਾਨ ਚੰਗੇ ਬਣਾ, ਇੱਥੇ ਇਸ ਚੀਜ਼ ਦੀ ਮਨਾਹੀ ਨਹੀਂ ਹੈ। ਪਰ ਗੱਲ ਇਹ ਹੈ ਵੀ ਦੂਜਿਆਂ ਦੀ ਪ੍ਰਾਪਰਟੀ ਦਬਾ ਦਬਾ ਕੇ ਆਪਣੇ ਮਹਿਲ ਨਾ ਉਸਾਰ, ਬੇਗਾਨੇ ਹੱਕ ਖਾ ਖਾ ਕੇ, ਤੇ ਕਾਹਦੇ ਵਾਸਤੇ ਪਾਪ ਅਪਰਾਧ ਕਮਾ ਰਿਹਾ ਹੈ। ਹਾਲਾਤ ਤਾਂ ਤੇਰੀ ਇਹ ਹੋਣੇ। ਤੇ ਦੂਜੀ ਗੱਲ ਇਹ ਹੈ ਕਿ ਜਿਹੜੇ ਤੂੰ ਮਹਿਲ ਮੰਡਪ ਮਾੜੀਆਂ ਉਸਾਰੇ ਹੋਏ ਨੇ ਨਾ, ਵਿਕਾਰ ਕਮਾ ਕਮਾ ਕੇ, ਆਖਿਰ ਇਹ ਖਾਲੀ ਹੀ ਰਹਿ ਜਾਣੇ ਨੇ। ਜਿਹੜਾ ਤੇਰਾ ਵਾਸਾ ਹੈ, ਤੇਰੀ ਜੋ ਮਾਨਸਿਕਤਾ ਹੈ, ਸੋਚ ਹੈ, ਉਹ ਤੇ ਕਬਰ ਵਿੱਚ ਪਈ ਹੋਈ ਹੈ। ਤੇਰੀ ਤਾਂ ਆਤਮਕ ਮੌਤ ਹੋ ਜਾਏਗੀ। ਸਰੀਰ ਤੇਰਾ ਮਹਿਲ ਵਿੱਚ ਹੋਵੇਗਾ, ਲੇਕਿਨ ਤੂੰ ਇੱਕ ਜਿਉਂਦੀ ਜਾਗਦੀ ਮੜੀ ਔਰ ਕਬਰ ਹੋਏਗਾ, ਜਿਹਦੇ ਅੰਦਰ ਤੇਰੀ ਸੋਚ ਮੁਰਦਾ ਹੋਈ। ਤਾਂ ਜਿਹੜੇ ਇਨਸਾਨ ਇਸ ਦੁਨੀਆ ਵਿੱਚ ਗੈਰ ਇਨਸਾਨੀਅਤ ਵਾਲੇ ਕਰਮ ਕਰਦੇ ਨੇ, ਉਹਨਾਂ ਦੀ ਸੋਚ ਮੁਰਦਾ ਹੀ ਹੈ। ਉਹ ਜਿਉਂਦੀਆਂ ਤੁਰਦੀਆਂ ਫਿਰਦੀਆਂ ਲਾਸ਼ਾਂ ਹੀ ਨੇ। ਕਿਸੇ 2 ਸਾਲ ਦੀ ਬੱਚੀ ਨਾਲ ਜ਼ਬਰ ਜਿਨਾਹ ਕਰਨਾ, ਜਿਸ ਨੂੰ ਇਹ ਵੀ ਪਤਾ ਨਹੀਂ ਕਿ ਬੰਦਾ ਕੌਣ ਹੁੰਦਾ ਹੈ ਤੇ ਔਰਤ ਕੌਣ ਹੁੰਦੀ ਹੈ, ਜਿਸ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਵੀ ਨਹੀਂ ਕੀਤੀ, ਜਿਸ ਨੇ ਇਸ ਸੰਸਾਰ ਨੂੰ ਵੇਖਿਆ ਵੀ ਨਹੀਂ, ਤਾਂ ਕੀ ਉਹਨੂੰ ਬੰਦਾ ਕਹੋਗੇ ਜੋ ਐਸਾ ਕਰਮ ਕਰੇਗਾ? ਮੁਰਦਾ ਆਤਮਾ ਹੀ ਹੈ ਨਾ, ਮੁਰਦਾ ਹੀ ਹੈ ਨਾ, ਉਹ ਸਰੀਰ ਦੇ ਅੰਦਰ ਮੁਰਦਾ ਹੀ ਹੈ, ਇਸੇ ਨੂੰ ਮੁਰਦਾ ਕਹਿੰਦੇ ਨੇ। ਤਾਂ ਤੇਰੀ ਆਤਮਕ ਮੌਤ ਹੋ ਜਾਏਗੀ, ਇਨਸਾਨੀਅਤ ਤੇਰੇ ਅੰਦਰੋਂ ਮਰ ਜਾਏਗੀ। ਤਾਂ ਬਾਬਾ ਫਰੀਦ ਜੀ ਇੱਥੇ ਵੀ ਸਾਨੂੰ ਸਮਝਾ ਰਹੇ ਨੇ, ਇਹਦਾ ਮਤਲਬ ਇਹ ਨਹੀਂ ਕਿ ਚੰਗੇ ਮਕਾਨ ਆਦਿਕ ਨਾ ਬਣਾਓ। ਗੱਲ ਇਹ ਕੀਤੀ ਜਾ ਰਹੀ ਹੈ ਕਿ 2 ਨੰਬਰ ਦੇ ਧੰਦੇ, ਪਾਪ ਔਰ ਅਪਰਾਧ ਕਰਕੇ ਆਪਣੇ ਜੀਵਨ ਨੂੰ ਵਿਅਰਥ ਨਾ ਕਰੋ, ਸਗੋਂ ਆਪਣੇ ਜੀਵਨ ਦੇ ਅੰਦਰ ਸ਼ੁਭ ਗੁਣਾਂ ਦੇ ਧਾਰਨੀ ਹੋ ਕੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਅਖੀਰਲੀ ਪੰਕਤੀ ਵਿੱਚ ਸਮਝਾ ਵੀ ਰਹੇ ਨੇ, ਆਖੀ ਸ਼ੇਖਾ ਬੰਦਗੀ ਚੱਲਣ ਅੱਜ ਕੇ ਕੱਲ। ਸ਼ੇਖਾਂ ਨੂੰ ਆਖੀ, ਬੰਦਗੀ ਦਾ ਮਤਲਬ ਪ੍ਰਭੂ ਦੀ ਸਿਫਤ ਸਲਾਹ ਕਰਨੀ। ਇਸ ਲਈ ਆਖੀ ਸ਼ੇਖਾ ਬੰਦਗੀ, ਬਾਬਾ ਫਰੀਦ ਜੀ ਕਹਿੰਦੇ ਨੇ ਕਿ ਹੇ ਭਾਈ, ਪ੍ਰਭੂ ਦੀ ਸਿਫਤ ਸਲਾਹ ਕਰ, ਰੱਬ ਦੀ ਰਜ਼ਾ ਦੇ ਅੰਦਰ ਤੁਰ।
ਚੱਲਣ ਅੱਜ ਕੇ ਕੱਲ, ਅੱਜ ਜਾਂ ਕੱਲ ਇਹ ਮਹਿਲ ਮੰਡਪ ਮਾੜੀਆਂ ਤੇ ਛੱਡ ਜਾਣੀਆਂ ਨੇ। ਅੱਜ ਜਾਂ ਕੱਲ ਯਾਨੀ ਕੁਝ ਸਮੇਂ ਬਾਅਦ ਇਹ ਦੁਨੀਆ ਛੱਡ ਜਾਣੀ ਹੈ। ਇਸ ਲਈ ਬੰਦਗੀ ਕਰ। ਬੰਦਗੀ ਦਾ ਮਤਲਬ ਮਾਲਾ ਫੇਰਨੀ ਨਹੀਂ, ਬੰਦਗੀ ਦਾ ਮਤਲਬ ਰੱਬੀ ਸਿਫਤ ਸਲਾਹ ਕਰਨੀ, ਰੱਬੀ ਰਜ਼ਾ ਦੇ ਵਿੱਚ ਤੁਰਨਾ, ਰੱਬੀ ਗੁਨਾਹ ਦੇ ਧਾਰਨੀ ਹੋਣਾ। ਅੱਜ ਜਾਂ ਕੱਲ ਮਰ ਜਾਣਾ ਹੈ, ਸਰੀਰ ਨੇ ਛੱਡ ਜਾਣਾ ਹੈ, ਇਸ ਲਈ ਚੰਗੇ ਕਰਮ ਕਰ। ਅੱਜ ਔਰ ਕੱਲ ਚਲੇ ਜਾਣਾ ਹੈ, ਸੀਮਤ ਸਮਾਂ ਹੈ, ਇਸ ਲਈ ਤੂੰ ਪ੍ਰਭੂ ਦੇ ਗੁਣ ਗਾ, ਰੱਬੀ ਸਿਫਤ ਸਲਾਹ ਕਰ। ਅਗਲਾ ਬਚਨ ਕਰਦੇ ਨੇ, ਫਰੀਦਾ ਮੋਤੇ ਦਾ ਬੰਨਾ ਐਵੇਂ ਦਿਸੈ, ਜਿਉਂ ਦਰਿਆਵੇ ਢਾਹਾ। ਢਾਹਾ ਦਾ ਮਤਲਬ ਜਿਵੇਂ ਦਰਿਆ ਦੇ ਕੰਢਿਆਂ ਨੂੰ ਢਾਹ ਲੱਗੀ ਹੋਵੇ। ਪਾਣੀ ਢਾਹ ਲੱਗਣੀ ਕਹਿੰਦੇ ਨੇ, ਜਦੋਂ ਪਾਣੀ ਵਗਦਾ ਹੈ ਨਾ, ਪਾਣੀ ਵਗਣ ਦੇ ਨਾਲ ਥੱਲਿਓਂ ਮਿੱਟੀ ਖੁਰਦੀ ਜਾਂਦੀ ਹੈ, ਥੱਲੋਂ ਮਿੱਟੀ ਖੁਰਦੀ ਜਾਂਦੀ ਹੈ, ਤੇ ਉੱਤੋਂ ਮਿੱਟੀ ਦਾ ਵਜਨ ਵੱਧਦਾ ਹੈ ਤੇ ਉਹ ਮਿੱਟੀ ਥੱਲੇ ਡਿੱਗ ਜਾਂਦੀ, ਉਹਨੂੰ ਕਹਿੰਦੇ ਨੇ ਢਾਹ ਲੱਗਣ। ਤਾਂ ਫਰੀਦ ਜੀ ਕਹਿੰਦੇ ਨੇ ਮੋਤੇ ਦਾ ਬੰਨਾ ਐਵੇਂ ਦਿਸੇ। ਐਵੇਂ ਦਾ ਮਤਲਬ ਐਵੇਂ, ਜਿਵੇਂ ਦਰਿਆ ਦਾ ਕਿਨਾਰਾ ਹੈ ਜੋ ਪਾਣੀ ਦੇ ਵੇਗ ਦੇ ਨਾਲ ਢਹਿ ਹੁੰਦਾ ਹੈ, ਇਸੇ ਤਰ੍ਹਾਂ ਮੌਤ ਰੂਪ ਨਦੀ ਦਾ ਕੰਢਾ ਹੈ ਜਿਸ ਵਿੱਚ ਬੇਅੰਤ ਜੀਵ ਭੋਗ ਭੋਗ ਕੇ ਡਿੱਗਦੇ ਜਾ ਰਹੇ ਨੇ। ਮੌਤ ਵੀ ਮਾਨੋ ਇੱਕ ਨਦੀ ਹੈ, ਸਮਾਂ ਇੱਕ ਨਦੀ ਹੈ ਜਿਹਦੇ ਅੰਦਰ ਅਨੇਕਾਂ ਜੀਵ ਭੋਗ ਭੋਗ ਕੇ ਡਿੱਗਦੇ ਜਾ ਰਹੇ ਨੇ, ਮਰਦੇ ਜਾ ਰਹੇ ਨੇ, ਵਿਸ਼ੇ ਵਿਕਾਰਾਂ ਵਿੱਚ ਖਚਤ ਹੁੰਦੇ ਜਾ ਰਹੇ ਨੇ। ਅੱਗੇ ਦੋਜਕ ਤੱਪਿਆ ਸੁਣੀਏ, ਹੂਲ ਪਵੇ ਕਾਹਾ। ਹੂਲ ਦਾ ਮਤਲਬ ਰੌਲਾ, ਕਾਹਾ ਦਾ ਮਤਲਬ ਹਾਹਾਕਾਰ, ਦੋਜਕ ਦਾ ਮਤਲਬ ਨਰਕ। ਬਾਬਾ ਫਰੀਦ ਜੀ ਕਹਿੰਦੇ ਨੇ ਕਿ ਇੱਥੋਂ ਲੋਕ ਮਰ ਰਹੇ ਨੇ ਔਰ ਅੱਗੇ ਦੋਜਕ ਤੱਪਿਆ ਹੋਇਆ ਹੈ, ਜਿੱਥੇ ਰੌਲਾ ਪਿਆ ਹੋਇਆ ਹੈ, ਜਿੱਥੇ ਹਾਹਾਕਾਰ ਪੈ ਰਹੀ ਹੈ, ਉਹਦੇ ਵਿੱਚ ਜਾ ਕੇ ਪੈ ਜਾਓ। ਮੁਸਲਮਾਨੀ ਖਿਆਲ ਹੈ, ਉਸ ਖਿਆਲ ਨੂੰ ਇੱਥੇ ਵਰਤ ਰਹੇ ਨੇ, ਉਸ ਖਿਆਲ ਰਾਹੀਂ ਸਾਨੂੰ ਇੱਕ ਸਿੱਖਿਆ ਦੇ ਰਹੇ ਨੇ ਤੇ ਸਮਝਾ ਰਹੇ ਨੇ ਕਿ ਭਲੇ ਪੁਰਸ਼ੋ, ਇੱਥੇ ਤੇ ਤੁਸੀਂ 2 ਨੰਬਰ ਦੇ ਧੰਦੇ ਕਰਕੇ ਮਹਿਲ ਮੰਡਪ ਮਾੜੀਆਂ ਉਸਾਰ ਲੈ, ਤੇ ਤੁਹਾਡੇ ਖਿਆਲ ਮੁਤਾਬਕ ਅੱਗੇ ਰੱਬ ਨੇ ਲੇਖਾ ਲੈਣਾ ਹੈ, ਤੇ ਜਿਹੜਾ ਇਸਲਾਮ ਦੇ ਉੱਤੇ ਪੂਰਾ ਨਹੀਂ ਆਏਗਾ ਉਹਨੂੰ ਦੋਜ਼ਖ ਦੇ ਅੰਦਰ ਪਾਇਆ ਜਾਏਗਾ। ਤੇ ਮੈਂ ਇੱਕ ਦਿਨ ਇੱਕ ਪੁਸਤਕ ਪੜ੍ਹ ਰਿਹਾ ਸਾਂ, ਇਸਲਾਮ ਕਿਆ ਹੈ। ਉਹਦੇ ਵਿੱਚ ਉਹਨੇ ਜੋ ਦੋਜ਼ਖ ਔਰ ਜੰਨਤ ਦਾ ਨਕਸ਼ਾ ਖਿੱਚਿਆ ਹੈ, ਉਹ ਵੈਸੇ ਮੈਂ ਤੁਹਾਨੂੰ ਸੁਣਾਇਆ ਸੀ, ਪਰ ਮੈਂ ਥੋੜਾ ਜਿਹਾ ਹੋਰ ਫਿਰ ਸੁਣਾ ਦਿਆਂ। ਉਹ ਜੰਨਤ ਦਾ ਜਿਹੜਾ ਨਕਸ਼ਾ ਖਿੱਚਦਾ ਹੈ ਕਿ ਉੱਥੇ ਇੱਕ ਇੱਕ ਬੰਦੇ ਨੂੰ 72 ਹੂਰਾਂ ਮਿਲਣਗੀਆਂ, ਔਰ ਉਹ ਹੂਰਾਂ ਕਿੰਨੀਆਂ ਸੁੰਦਰ ਹੋਣਗੀਆਂ ਕਿ ਜੇ ਉਹਨਾਂ ਨੇ 7-7 ਕੱਪੜੇ ਵੀ ਪਾਏ ਹੋਣਗੇ ਤਾਂ ਵੀ ਉਹਨਾਂ ਦਾ ਸਰੀਰ ਦਿਸਦਾ ਹੋਏਗਾ, ਇੰਨੀਆਂ ਗੋਰੀਆਂ ਚਿੱਟੀਆਂ ਸੋਹਣੀਆਂ ਹੋਣਗੀਆਂ। ਇਹ ਉਹਨਾਂ ਦਾ ਖਿਆਲ ਹੈ, 72 ਹੂਰਾਂ ਮਿਲਣਗੀਆਂ ਇੱਕ ਇੱਕ ਬੰਦੇ ਨੂੰ। ਖਾਣ ਪੀਣ ਦਾ ਹਰ ਉੱਥੇ ਪਦਾਰਥ ਹੋਏਗਾ, ਖਜੂਰਾਂ ਹੋਣਗੀਆਂ, ਸ਼ਹਿਦ ਦੀਆਂ ਨਦੀਆਂ ਹੋਣਗੀਆਂ, ਫਲ ਫਰੂਟ ਹੋਣਗੇ, ਮਹਿਲ ਮੰਡਪ ਹੋਣਗੇ, ਔਰ ਕਰਨਾ ਕੱਖ ਨਹੀਂ, ਸਿਰਫ ਵਿਸ਼ੇ ਵਿਕਾਰ ਭੋਗ, ਔਰ ਇੰਨਾ ਕੁਛ ਮਿਲੇਗਾ ਸੁੱਖ। ਤੇ ਦੂਜੇ ਪਾਸੇ ਜੋ ਦੋਜਕ ਦਾ ਨਕਸ਼ਾ ਹੈ ਨਾ, ਉਹ ਮੈਂ ਖਾਸ ਕਰਕੇ ਤੁਹਾਨੂੰ ਦੱਸਣਾ ਚਾਹੁੰਦਾ। ਉਹ ਕਹਿੰਦਾ ਹੈ ਕਿ ਦੋਜਕ ਦੇ ਅੰਦਰ ਅੱਗ ਬਲ ਰਹੀ ਹੈ। ਜਿਹੜੇ ਦੋਜ਼ਕੀ ਨੇ ਉਹਨਾਂ ਨੂੰ ਲੋਹੇ ਦੀਆਂ ਜੁੱਤੀਆਂ ਪਵਾਈਆਂ ਜਾਣਗੀਆਂ ਜੋ ਅੱਗ ਦੇ ਵਿੱਚ ਲਾਲ ਸੁਰਖ ਕੀਤੀਆਂ ਜਾਣਗੀਆਂ। ਜਦੋਂ ਉਹਦੇ ਵਿੱਚ ਪੈਰ ਪਾਣਗੇ ਤੇ ਪੈਰ ਉਹਨਾਂ ਦੇ ਝੁਲਸ ਜਾਣਗੇ ਔਰ ਚੀਕਾਂ ਮਾਰਨਗੇ। ਫਿਰ ਉਹਨਾਂ ਨੂੰ ਬਲਦੇ ਹੋਏ ਅੱਗ ਦੇ ਭਾਂਬੜ ਦੇ ਵਿੱਚ ਸੁੱਟਿਆ ਜਾਏਗਾ, ਜਿੱਥੇ ਉਹ ਸੜਦੇ ਹੋਏ ਚੀਕਾਂ ਮਾਰਨਗੇ, ਹਾਹਾਕਾਰ ਕਰਨਗੇ, ਉਹਨਾਂ ਦਾ ਸਾਰਾ ਮਾਸ ਸੜ ਜਾਏਗਾ ਤੇ ਫਿਰ ਉਹਨਾਂ ਨੂੰ ਬਾਹਰ ਕੱਢ ਲਿਆ ਜਾਏਗਾ। ਉਹਨਾਂ ਦੇ ਸਰੀਰ ਦੇ ਉੱਤੇ ਫਿਰ ਮਾਸ ਪੈਦਾ ਕੀਤਾ ਜਾਏਗਾ, ਫਿਰ ਉਹਨਾਂ ਨੂੰ ਅੱਗ ਦੇ ਵਿੱਚ ਸੁੱਟਿਆ ਜਾਏਗਾ। ਇਹ ਸਿਲਸਿਲਾ ਸਦੀਆਂ ਤੱਕ ਚੱਲਦਾ ਰਹੇਗਾ, ਅਨੰਤ ਕਾਲ ਤੱਕ। ਦੂਜੇ ਨੰਬਰ ਤੇ ਉੱਥੇ ਜੋ ਉਹਨਾਂ ਨੂੰ ਖਾਣ ਵਾਸਤੇ ਪਦਾਰਥ ਦਿੱਤਾ ਜਾਏਗਾ ਨਾ, ਉਹ ਇੰਨਾ ਜ਼ਹਿਰੀਲਾ ਔਰ ਕੌੜਾ ਹੈ ਕਿ ਜੇ ਖੁਦਾ ਉਹਦੀ ਇੱਕ ਬੂੰਦ ਧਰਤੀ ਉੱਤੇ ਸੁੱਟ ਦੇਵੇ ਤੇ ਦੁਨੀਆ ਦੇ ਸਾਰੇ ਪਦਾਰਥ ਜ਼ਹਿਰੀਲੇ ਹੋ ਜਾਣਗੇ, ਸਾਰੇ ਲੋਕ ਮਰ ਜਾਣਗੇ। ਇੰਨਾ ਕੌੜਾ ਜ਼ਹਿਰੀਲਾ ਪਦਾਰਥ ਉਹਨਾਂ ਨੂੰ ਖਾਣ ਲਈ ਦਿੱਤਾ ਜਾਏਗਾ। ਤੇ ਪੀਣ ਵਾਸਤੇ ਜੋ ਉਹਨਾਂ ਨੂੰ ਪੇਅ ਪਦਾਰਥ ਦਿੱਤਾ ਜਾਏਗਾ, ਉਹ ਇੰਨਾ ਗੰਦਾ ਔਰ ਬਦਬੂ ਵਾਲਾ ਹੋਵੇਗਾ ਕਿ ਜੇ ਖੁਦਾ ਇੱਕ ਡੋਲੂ ਭਰ ਕੇ ਥੱਲੇ ਸੁੱਟ ਦੇਵੇ ਨਾ ਧਰਤੀ ਤੇ ਬਦਬੂ ਦੇ ਨਾਲ ਸਾਰੇ ਜੀਵ ਮਰ ਜਾਣ। ਇੰਨਾ ਬਦਬੂ ਵਾਲਾ ਇਹਨਾਂ ਨੂੰ, ਯਾਨੀ ਇਹ ਨਕਸ਼ਾ ਦੋਜਕ ਦਾ ਉਹਨੇ ਬਿਆਨ ਕੀਤਾ ਹੈ ਤੇ ਇਹ ਮਰਨ ਤੋਂ ਬਾਅਦ ਦੀ ਗੱਲ ਹੈ। ਹੁਣ ਬਾਬਾ ਫਰੀਦ ਜੀ ਸਾਨੂੰ ਸਮਝਾ ਰਹੇ ਨੇ ਕਿ ਇੱਕ ਪਾਸੇ ਤੇ ਤੁਸੀਂ ਦੋਜਕ ਔਰ ਜੰਨਤ ਨੂੰ ਮੰਨਦੇ ਹੋ
ਕਿ ਜੇ ਕਰਮ ਚੰਗੇ ਨਾ ਕੀਤੇ ਤਾਂ ਦੋਜ਼ਖ ਵਿੱਚ ਪੈਣਾ ਪਵੇਗਾ। ਤੇ ਇੱਥੇ ਤੁਸੀਂ ਵਿਸ਼ੇ ਵਿਕਾਰਾਂ ਦੇ ਵਿੱਚ ਖਚਤ ਹੋ, ਪਾਪ ਅਪਰਾਧ ਕਮਾ ਰਹੇ ਹੋ, ਤਾਂ ਫਿਰ ਤੁਹਾਨੂੰ ਤਾਂ ਦੋਜ਼ਖ ਦੇ ਵਿੱਚ ਸੜਨਾ ਪਵੇਗਾ ਨਾ। ਇਸ ਲਈ ਗੱਲ ਇਹ ਨਹੀਂ ਕਹੀ ਜਾ ਰਹੀ ਕਿ ਅੱਗੇ ਦੋਜ਼ਖ ਹੈ ਜਾਂ ਨਹੀਂ, ਗੱਲ ਇਹ ਨਹੀਂ ਹੈ, ਗੱਲ ਲੋਕਾਂ ਦੇ ਕੰਮਾਂ ਦੀ ਹੈ ਵੀ ਤੁਸੀਂ ਆਪਣੇ ਕੰਮ ਬਦਲੋ। ਆਓ ਹੁਣ ਅਸੀਂ ਗੁਰਮਤ ਦੇ ਨਜ਼ਰੀਏ ਤੋਂ ਇਸ ਚੀਜ਼ ਨੂੰ ਵੇਖਣ ਦਾ ਯਤਨ ਕਰੀਏ। ਮੌਤ ਰੋੜੀ ਜਾ ਰਹੀ ਹੈ, ਤੇ ਕਿਹੜੀ ਮੌਤ? ਆਤਮਕ ਮੌਤ ਬੰਦੇ ਨੂੰ ਮਾਰੀ ਜਾ ਰਹੀ ਹੈ। ਬੰਦਾ ਆਤਮਕ ਮੌਤੇ ਮਰ ਰਿਹਾ ਹੈ, ਵਿਕਾਰਾਂ ਵਿਸ਼ੇ ਵਿਕਾਰਾਂ ਦੇ ਅੰਦਰ ਪੈ ਕੇ। ਹੁਣ ਜਿਹੜਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਅੰਦਰ ਪੈ ਕੇ, ਚੁਗਲੀ, ਨਿੰਦਾ, ਝੂਠ, ਫਰੇਬ ਵਿੱਚ ਪੈ ਕੇ ਆਤਮਕ ਮੌਤੇ ਮਰ ਗਿਆ, ਜਿਹੜਾ ਬੰਦਾ ਅੰਦਰੋਂ ਹੋਰ ਬਾਹਰੋਂ ਹੋਰ ਹੈ, ਬਾਹਰੋਂ ਧਾਰਮਿਕ ਪਹਿਨਾਵਾ ਹੈ, ਗੱਲਾਂ ਧਾਰਮਿਕ ਕਰਦਾ ਹੈ, ਪਰ ਆਪਣੀ ਜ਼ਿੰਦਗੀ ਨਹੀਂ ਹੈ, ਉਹਦੇ ਵਾਸਤੇ ਐਸੇ ਲੋਕਾਂ ਲਈ ਕੀ ਹੈ? ਅੱਗੇ ਦੋਜ਼ਖ ਟੱਪਿਆ ਸੁਣੀਏ। ਅੱਗੇ ਦਾ ਮਤਲਬ ਭਵਿੱਖ ਵਿੱਚ, ਆਉਣ ਵਾਲੇ ਸਮੇਂ ਵਿੱਚ ਇਹਨਾਂ ਵਿਸ਼ੇ ਵਿਕਾਰਾਂ ਦਾ ਜੋ ਰਿਜ਼ਲਟ ਨਿਕਲੇਗਾ, ਦੋਜ਼ਖ ਟੱਪਿਆ ਹੋਇਆ ਹੈ ਦੁੱਖਾਂ ਦਾ, ਮਾਨਸਿਕ ਪਰੇਸ਼ਾਨੀਆਂ ਦਾ। ਤੇ ਉਹ ਮਾਨਸਿਕ ਪਰੇਸ਼ਾਨੀਆਂ ਦੇ ਅੰਦਰ ਹੂਲ ਭਵੇ ਕਾਹਾ, ਹਾਹਾਕਾਰ ਮੱਚੀ ਹੋਈ ਹੈ, ਰੌਲਾ ਮੱਚਿਆ ਹੋਇਆ ਹੈ, ਜਿਸ ਵਿੱਚ ਅਸੀਂ ਪਿੱਛੇ ਵਿਚਾਰ ਕਰ ਰਹੇ ਹਾਂ। ਗੂੰਜੀ ਪਾਹੇ ਜਲੇ ਸੰਸਾਰਾ, ਜਿਸ ਬਾਰੇ ਬਾਬਾ ਫਰੀਦ ਜੀ ਕਹਿ ਰਹੇ ਨੇ, ਉੱਚੇ ਚੜ ਕੇ ਦੇਖਿਆ, ਘਰ ਘਰ ਇਹ ਅੱਗ, ਦੁੱਖਾਂ ਦੀ ਅੱਗ ਜਿਹੜੀ ਬਲ ਰਹੀ। ਜਿੱਥੇ ਇੰਨੀਆਂ ਸੁੱਖ ਸਹੂਲਤਾਂ ਹੁੰਦਿਆਂ ਹੋਇਆਂ ਵੀ ਬੰਦਾ ਦੁਖੀ ਔਰ ਅਸ਼ਾਂਤ ਹੈ। ਧੀਆਂ, ਪੁੱਤਰ, ਭੈਣ, ਭਰਾ, ਜ਼ਮੀਨ ਜਾਇਦਾਦ, ਧਨ ਦੌਲਤ, ਅੰਬਾਰ ਸੁੱਖਾਂ ਦੇ ਸਾਧਨ ਹੁੰਦਿਆਂ ਵੀ ਬੰਦਾ ਦੁਖੀ ਹੈ, ਕਲਪ ਰਿਹਾ ਨਾ, ਹਰ ਘਰ ਵਿੱਚ ਹਾਹਾਕਾਰ ਹੀ ਹੈ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ, ਜੇ ਵਿਸ਼ੇ ਵਿਕਾਰਾਂ ਦੇ ਵਿੱਚ ਪੈ ਰਹੋਗੇ ਤਾਂ ਆਉਣ ਵਾਲਾ ਜਿਹੜਾ ਸਮਾਂ ਹੈ, ਅੱਗੇ ਦਾ ਮਤਲਬ ਮਰਨ ਤੋਂ ਬਾਅਦ ਨਹੀਂ, ਅੱਗੇ ਦਾ ਮਤਲਬ ਐਸੇ ਜ਼ਿੰਦਗੀ ਦੇ ਵਿੱਚ ਜੋ ਭਵਿੱਖ ਹੈ ਉਹ ਤੁਹਾਡਾ ਦੁੱਖਾਂ ਵਾਲਾ ਹੋਏਗਾ। ਉੱਥੇ ਫਿਰ ਹਾਹਾਕਾਰ ਕਰਨੀ ਪਵੇਗੀ, ਹਾਏ ਹਾਏ ਕਰਨੀ ਪਵੇਗੀ, ਪਾਪੀ ਕਰਮ ਕਮਾਉਣ ਦੇ ਕਰਦੇ ਹਾਏ ਹਾਏ, ਯਾਨੀ ਦੁੱਖ ਸਹਾਰਨੇ ਪੈਣਗੇ। ਇਸ ਲਈ ਆਪਣੇ ਜੀਵਨ ਵੱਲ ਭਾਈ ਧਿਆਨ ਦਿਓ। ਬਾਬਾ ਫਰੀਦ ਜੀ ਸਮਝਾ ਰਹੇ ਨੇ, ਆਪਣੇ ਜੀਵਨ ਵੱਲ ਧਿਆਨ ਦਿਓ, ਆਪਣੇ ਕਰਮਾਂ ਦਾ ਰਿਜ਼ਲਟ ਜ਼ਰੂਰ ਵਿਚਾਰੋ ਕਿ ਜੋ ਅਸੀਂ ਕਰਮ ਕਰ ਰਹੇ ਹਾਂ ਉਹਦਾ ਰਿਜ਼ਲਟ ਕੀ ਨਿਕਲੇਗਾ। ਜੇ ਸੱਚ ਨਾਲੋਂ, ਰੱਬੀ ਗੁਣਾਂ ਨਾਲੋਂ, ਰਜਾ ਨਾਲੋਂ, ਭਾਣੇ ਨਾਲੋਂ ਟੁੱਟ ਜਾਓਗੇ ਤਾਂ ਆਉਣ ਵਾਲਾ ਜੀਵਨ ਜਿਹੜਾ ਹੈ ਉਹ ਦੁਖਦਾਈ ਹੋਏਗਾ। ਤਾਂ ਜਦੋਂ ਆਉਣ ਵਾਲਾ ਜੀਵਨ ਇਹਨਾਂ ਕਰਮਾਂ ਕਰਕੇ ਦੁਖਦਾਈ ਹੋ ਜਾਣਾ ਤਾਂ ਸਾਨੂੰ ਇਹ ਕੰਮ ਛੱਡ ਦੇਣੇ ਚਾਹੀਦੇ ਨੇ। ਜੇ ਬੰਦਾ ਕੋਈ ਸੱਚ ਦੇ ਨਾਲ ਜੁੜਦਾ ਹੈ, ਸੰਤੋਖ ਨਾਲ ਜੁੜਦਾ ਹੈ, ਤਾਂ ਉਹਦੇ ਵਾਸਤੇ ਆਉਣ ਵਾਲਾ ਸਮਾਂ ਸਵਰਗ ਵਾਲਾ ਹੋਏਗਾ। ਸਵਰਗ ਦਾ ਮਤਲਬ ਮਰਨ ਤੋਂ ਬਾਅਦ ਨਹੀਂ, ਇਹਦਾ ਮਤਲਬ ਜੇ ਅਸੀਂ ਚੰਗੇ ਕਰਮ ਕਰਾਂਗੇ ਤਾਂ ਉਹਦਾ ਰਿਜ਼ਲਟ ਚੰਗਾ ਨਿਕਲੇਗਾ, ਜੀਵਨ ਸਵਰਗ ਵਾਲਾ ਬਣ ਜਾਏਗਾ। ਤਾਂ ਆਪਣੇ ਇਸ ਜੀਵਨ ਨੂੰ ਚਾਹੇ ਨਰਕ ਬਣਾ ਲਓ ਜਾਂ ਸਵਰਗ ਬਣਾ ਲਓ, ਇਹ ਫੈਸਲਾ ਹਰ ਮਨੁੱਖ ਦਾ ਆਪਣਾ ਹੈ ਭਾਈ। ਇਸ ਲਈ ਬਾਬਾ ਫਰੀਦ ਜੀ ਸਾਨੂੰ ਸਮਝਾ ਰਹੇ ਨੇ ਕਿ ਪਿਆਰਿਓ, ਮਾੜੇ ਕਰਮਾਂ ਦਾ ਰਿਜ਼ਲਟ ਮਾੜਾ ਨਿਕਲਣਾ ਹੈ। ਫਿਰ ਜੀਵਨ ਦੇ ਅੰਦਰ ਆਤਮਕ ਮੌਤ ਵੀ ਹੋ ਜਾਏਗੀ, ਦੁੱਖ ਵੀ ਹੋਣਗੇ ਔਰ ਦੁੱਖਾਂ ਦੇ ਅੰਦਰ ਹਾਹਾਕਾਰ ਕਰਨੀ ਪਵੇਗੀ। ਇਹਦੇ ਨਾਲੋਂ ਚੰਗਾ ਹੈ ਕਿ ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਈ ਰਹੇ, ਸਭ ਜਗ ਤੇਰਾ ਹੋਏ। ਕਿ ਆਪਣੇ ਆਪ ਨੂੰ ਸਵਾਰੋ, ਰੱਬੀ ਰਜਾ ਦੇ ਵਿੱਚ ਰਾਜੀ ਰਹੋ, ਰੱਬੀ ਗੁਣਾਂ ਦੇ ਨਾਲ ਆਪਣੀ ਸੁਰਤ ਨੂੰ ਜੋੜੋ। ਫਿਰ ਤੁਹਾਨੂੰ ਚਾਰ ਚੁਫੇਰੇ ਉਸ ਪ੍ਰਭੂ ਦਾ ਨੂਰ, ਉਹਦਾ ਜ਼ਹੂਰ, ਉਹਦਾ ਜਲਵਾ, ਉਹਦਾ ਰੂਪ ਨਜ਼ਰ ਹੀ ਪਵੇਗਾ। ਫਿਰ ਕੋਈ ਆਪਣਾ ਔਰ ਬਿਗਾਨਾ ਨਹੀਂ ਰਹਿ ਜਾਏਗਾ, ਆਪਣੇ ਔਰ ਬਿਗਾਨੇ ਦੇ ਭੇਦ ਭਾਵ ਮਿਟ ਜਾਣਗੇ। ਇਹ ਸਾਡਾ ਜੀਵਨ, ਇਹ ਸਾਡਾ ਸੰਸਾਰ ਜਿਹੜਾ ਹੈ ਉਹ ਸਵਰਗ ਹੋ ਜਾਏਗਾ, ਬੇਗਮ ਪੂਰਾ ਹੋ ਜਾਏਗਾ। ਤਾਂ ਅੱਜ ਦੀ ਵਿਚਾਰ ਅਸੀਂ ਇੱਥੇ ਸਮਾਪਤ ਕਰਦੇ ਹਾਂ। ਅੱਜ ਦੇ ਇਹਨਾਂ ਸ਼ਲੋਕਾਂ ਵਿੱਚ ਜੇ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਾਂ ਉਹ ਸਵਾਲ ਕਰ ਸਕਦਾ ਹੈ। ਔਰ ਜੇ ਕਿਸੇ ਨੇ ਅੱਜ ਦੀ ਵਿਚਾਰ ਬਾਰੇ ਆਪਣੇ ਵਿਚਾਰ ਦੇਣੇ ਨੇ ਕਿ ਵਿਚਾਰ ਆਪ ਨੂੰ ਕਿਵੇਂ ਲੱਗੀ, ਆਪ ਵਿਚਾਰ ਦੇ ਸਕਦੇ ਹੋ। ਅਗਲੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰਨਗੇ। ਜਿਨ੍ਹਾਂ ਨੇ ਵੀ ਕੋਈ ਸਵਾਲ ਕਰਨਾ ਹੈ ਜਾਂ ਆਪਣਾ ਕੋਈ ਕਮੈਂਟ ਦੇਣਾ ਹੈ ਤਾਂ ਉਹ ਅਨਮਿਊਟ ਜ਼ਰੂਰ ਹੋ ਜਾਊਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ